ਬ੍ਰੇਕ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਲਾਈਵ ਚਰਚਾ ਪ੍ਰੋਗਰਾਮ ਵਿੱਚ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਬੈਰੀਐਟ੍ਰਿਕ ਸਰਜਰੀ ਦੇ ਰਾਹੀਂ ਕਿਵੇਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਇਸ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਡਾਕਟਰ ਜਸਮੀਤ ਸਿੰਘ ਆਲੂਵਾਲੀਆ ਕੰਸਲਟੈਂਟ ਪੈਰੀਐਟ੍ਰਿਕ ਐਂਡ ਐਡਵਾਂਸ ਲੈਪਰੋਸਕੋਪਿਕ ਸਰਜਨ। ਡਾਕਟਰ ਆਲੂਵਾਲੀਆ ਅਸੀਂ ਗੱਲ ਕਰ ਰਹੇ ਸੀਗੇ ਕਿ ਬੈਰੀਐਟ੍ਰਿਕ ਸਰਜਰੀ ਦੇ ਰਾਹੀਂ ਅਸੀਂ ਕਿਵੇਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹਾਂ। ਇਹਦਾ ਤੁਸੀਂ ਦੱਸ ਰਹੇ ਸੀ ਹੁਣ ਤੱਕ ਕਿ ਜਿਹੜੀਆਂ ਮਤਲਬ ਟ੍ਰੀਟਮੈਂਟਸ ਜਿਹੜੀਆਂ ਹੈਗੀਆਂ ਨੇ ਕਿ ਥੋੜਾ ਬਹੁਤ ਸਰਜਰੀਜ਼ ਵਗੈਰਾ ਮੰਗਦੀਆਂ ਨੇ, ਕੋਈ ਐਵੇਂ ਦੀਆਂ ਵੀ ਟ੍ਰੀਟਮੈਂਟ ਹੈਗੀਆਂ ਨੇ ਜੋ ਵਿਦਆਊਟ ਸਰਜਰੀ ਅਸੀਂ ਉਹਨਾਂ ਨੂੰ ਕਰ ਸਕਦੇ ਹਾਂ, ਮਤਲਬ ਉਹਨਾਂ ਨੂੰ ਫੋਲੋ ਕਰ ਸਕਦੇ ਹਾਂ weight reduce ਕਰਨ ਦੇ ਲਈ? ओके देखो ਜਿਹੜਾ ਇੰਡੀਕੇਸ਼ਨ ਫॉर ਬੈਰੀਐਟ੍ਰਿਕ ਹੈ ਮਤਲਬ BMI more than 32.5 ਪਲੱਸ ਕੋਈ ਹੋਰ ਐਸੋਸੀਏਟਡ ਬਿਮਾਰੀ ਹੈ BMI more than 37.5 ਇਹਦਾ ਵਿੱਚ ਸਭ ਤੋਂ ਅੱਛਾ ਟ੍ਰੀਟਮੈਂਟ ਤਾਂ ਬੈਰੀਐਟ੍ਰਿਕ ਹੀ ਮੰਨਿਆ ਜਾਂਦਾ ਅਗਰ weight ਨਹੀਂ ਲੂਜ਼ ਹੋ ਰਿਹਾ ਹੈ। ਅਗਰ weight ਥੋੜਾ ਜ਼ਿਆਦਾ ਜਿਸ ਤਰ੍ਹਾਂ ਕਿਸੇ ਦਾ ਸਪੋਜ਼ BMI is 31 ਜਿਹੜਾ ਬੈਰੀਐਟ੍ਰਿਕ ਨਹੀਂ ਫਾਲ ਹੋ ਰਿਹਾ ਲੇਕਿਨ ਮੈਡੀਸਿਨਸ ਨਾਲ ਜਾਂ ਬਾਕੀ ਮੈਥਡਸ ਨਾਲ ਡਾਈਟਿੰਗ ਨਾਲ ਵੀ ਨਹੀਂ ਘਟ ਰਿਹਾ ਜੀ। ਸੋ ਉਹਦੇ ਲਈ ਕੁਝ ਮੈਥਡਸ ਹੈ which are upcoming ਜਿਸ ਤਰ੍ਹਾਂ ਅੱਜਕੱਲ ਇੱਕ ਬੈਲੂਨਿੰਗ ਕੀਤੀ ਜਾਂਦੀ ਹੈ ਐਂਡੋਸਕੋਪਿਕ ਬੈਲੂਨਿੰਗ। ਉਹ ਐਂਡੋਸਕੋਪ ਦੇ ਰਾਹੀਂ ਮੂੰਹ ਚੋਂ ਇੱਕ ਕੈਮਰਾ ਪਾ ਕੇ ਇੱਕ ਬੈਲੂਨ ਸਟਮਕ ਦੇ ਅੰਦਰ ਛੋੜ ਦਿੱਤਾ ਜਾਂਦਾ ਹੈ। ਸਟਮਕ ਉਹ ਆਰਗਨ ਹੈ ਜਿਹਦੇ ਵਿੱਚ ਖਾਣਾ ਜਾ ਕੇ ਰੁਕਦਾ ਹੈ। ਸੋ ਅੰਦਰ ਜਾ ਕੇ ਉਹਨੂੰ ਫੁਲਾ ਦਿੰਦੇ ਹੈ ਵਿਦ ਵਾਟਰ ਔਰ ਉਹ ਸਟਮਕ ਦੀ ਸਪੇਸ ਜਿਹੜੀ ਆਕੂਪਾਈ ਕਰਕੇ ਰੱਖਦਾ ਹੈ। ਪੇਸ਼ੈਂਟ ਨੂੰ ਥੋੜਾ ਖਾਣਾ ਖਾਣ ਨਾਲ ਫੀਲਿੰਗ ਆਉਂਦੀ ਹੈ ਕਿ ਮੇਰਾ ਪੇਟ ਭਰ ਗਿਆ। ਪਰ ਉਹਦੀ ਪ੍ਰੋਬਲਮ ਇਹ ਹੈ ਕਿ ਇਟ ਕੈਨ ਬੀ ਪਲੇਸਡ ਫॉर 6 months to 12 months 12 ਮਹੀਨੇ ਤੋਂ ਜ਼ਿਆਦਾ ਨਹੀਂ ਰੱਖ ਸਕਦੇ। ਥੋੜਾ ਰਿਸਕ ਵਾਲਾ ਕੰਮ ਹੋ ਜਾਏ ਇਹਦੇ ਵਿੱਚ। ਰਿਸਕ ਇਜ਼ देयर ਬਟ 12 ਮਹੀਨੇ ਤੋਂ ਬਾਅਦ ਉਹ ਕੱਢਣਾ ਹੀ ਪਏਗਾ। ਸੋ ਇੱਕ ਵਾਰੀ ਉਹ ਰਿਮੂਵ ਹੋ ਗਿਆ ਤਾਂ ਫਿਰ ਤੁਹਾਡਾ ਸਟਮਕ ਦਾ ਸਾਈਜ਼ ਜਿਸ ਤਰ੍ਹਾਂ ਪਹਿਲਾਂ ਸੀਗਾ ਉਨਾ ਹੀ ਹੈ ਦੁਬਾਰਾ। ਹੁਣ ਤੁਹਾਡੇ ਤੇ ਉਸ ਤੋਂ ਬਾਅਦ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਮੇਨਟੇਨ ਕਰਨਾ। ਔਰ ਇਹ ਐਕਸਪੈਂਸਿਵ ਵੀ ਹੈ ਬਲੂਨ ਦੀ ਕਾਸਟ ਇਜ਼ ਮੋਰ ਦੈਨ 1 ਲੱਖ ਇੰਡੀਅਨ ਰੁਪੀਸ। ਓਕੇ ਸੋ ਕੁਝ ਲੋਕ हैं ਜਿਹੜੇ ਟੋਲਰੇਟ ਕਰਦੇ हैं। ਕੁਝ ਪੇਸ਼ੈਂਟਸ ਚ ਬਲੂਨ ਅੰਦਰ ਪਾਉਣ ਤੋਂ ਬਾਅਦ ਬਹੁਤ ਸਿਵੀਅਰ ਵੋਮਿਟਿੰਗ ਜਾਂ ਨਾਜ਼ੀਆ ਵੋਮਿਟਿੰਗ ਵਰਗੀ ਫੀਲਿੰਗ ਆਉਂਦੀ ਹੈ। कुछ पेशेंट्स से करना भी बनता है आफ्टर फ्यू डेज वो टॉलरेट नहीं कर पाते जी। सो जिस तरह से टाइम जाएगा मे बी ਹੋਰ ਨਵੇਂ ਬਲੂਨਸ ਆਣਗੇ ਜਿਹੜੇ ਸ਼ਾਇਦ ਹੋਰ ਸਕਸੈਸਫੁਲ ਹੋਣ ਜੀ। ਮਤਲਬ ਕਿ ਇਹਨਾਂ ਦਾ ਰਿਜ਼ਲਟ ਜਿਹੜਾ ਉਹ ਬਾਕੀ ਸਾਡੇ ਤੇ ਡਿਪੈਂਡ ਕਰਦਾ ਹੈ ਕਿ 12 ਮਹੀਨੇ ਤੋਂ ਬਾਅਦ ਇਹਨਾਂ ਨੂੰ ਕੱਢਣਾ ਪੈਣਾ ਹੈ। ਉਸ ਤੋਂ ਬਾਅਦ ਅਸੀਂ ਜਿਵੇਂ ਇਹਨਾਂ ਨੂੰ ਮਤਲਬ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣਾ ਹੈ ਉਹ ਸਾਡੇ ਤੇ ਡਿਪੈਂਡ ਕਰਦਾ। ਜਿਵੇਂ ਕਿ ਅਸੀਂ ਬੈਰੀਐਟ੍ਰਿਕ ਸਰਜਰੀ ਦੀ ਗੱਲ ਕੀਤੀ ਹੈ ਉਹਦੇ ਵਿੱਚ ਕਮ ਸੇ ਕਮ ਸਾਨੂੰ ਲੌਂਗ ਟਾਈਮ ਦੇ ਵਿੱਚ ਰਿਜ਼ਲਟ ਦੇਖਣ ਨੂੰ ਮਿਲਦੇ ਆ। ਉਹਦੇ ਜੋ ਅਸੀਂ ਚੇਂਜ ਕਰਨਾ ਉਹ ਆਲਮੋਸਟ ਲਾਈਫ ਲੌਂਗ ਰਹਿਣਾ। ਸੋ पेशेंट एफर्ट और पेशेंट कमिटमेंट उतनी ज़्यादा प्रोबेबली रिक्वायर्ड नहीं है जितनी बलून ਲਈ ਹੈ ਜੀ। सो बट आई थिंक लास्ट एट द एंड ऑफ द डे ਜਿਹੜਾ ਡਿਸੀਜਨ ਹੈ that lies with the patient। patient ਕਿੰਨਾ ਮੋਟੀਵੇਟਡ ਹੈ ਉਹ ਹਰ ਪ੍ਰੋਸੀਜਰ ਨੂੰ ਸਾਡੇ ਕੋਲ ਆ ਕੇ ਅੱਛੀ ਤਰ੍ਹਾਂ ਸਮਝੇ ਜੀ। then patient decides ਕਿ ਮੈਂ ਇਹ ਕਰਵਾਉਣਾ ਜੀ। ਇੱਕ ਜਿਵੇਂ ਲੇਡੀਜ਼ ਜਿਨ੍ਹਾਂ ਦੀ ਡਿਲੀਵਰੀ ਹੋਈ ਹੁੰਦੀ ਹੈ ਇੱਕਦਮ ਉਹਨਾਂ ਦਾ ਬਹੁਤ ਜ਼ਿਆਦਾ weight gain ਕਰ ਲੈਂਦੀਆਂ ਨੇ ਤੇ ਉਹ ਵਾਪਸ ਆਪਣੀ ਪੋਜੀਸ਼ਨ ਦੇ ਵਿੱਚ ਆਪਣੀ ਸ਼ੇਪ ਦੇ ਵਿੱਚ ਆਉਣਾ ਚਾਹੁੰਦੀਆਂ ਨੇ ਬਟ ਕਈ ਵਾਰੀ ਉਹਨਾਂ ਦਾ weight ਨਹੀਂ ਘਟਦਾ ਹੈਗਾ ਕਿ ਜਿਨ੍ਹਾਂ ਦੇ C ਸੈਕਸ਼ਨਸ ਵਗੈਰਾ ਹੋਏ ਨੇ ਜਾਂ ਕੁਝ ਐਵੇਂ ਦੀ ਡਿਲੀਵਰੀਜ਼ ਦੇ ਵਿੱਚੋਂ ਕੁਝ ਲੰਘੀਆਂ ਨੇ ਕਿ ਉਹ ਵੀ ਇਹ ਸਰਜਰੀ ਨੂੰ ਆਪਟ ਕਰ ਸਕਦੀਆਂ ਨੇ ਲੇਡੀਜ਼। C ਸੈਕਸ਼ਨ ਜਿਹੜੇ ਬੜੇ ਆਲਮੋਸਟ आई थिंक हर पेशेंट ਦੇ ਹੁੰਦੇ ਆ ਔਰ ਜ਼ਿਆਦਾਤਰ ਪੇਸ਼ੈਂਟ ਜਿਹੜੇ ਬੈਰੀਐਟ੍ਰਿਕ ਸਰਜਰੀ ਲਈ ਫੀਮੇਲਸ ਆਉਂਦੀਆਂ ਹੁੰਦੇ ਪ੍ਰੀਵੀਅਸ ਕੋਈ ਨਾ ਕੋਈ ਸਰਜਰੀ ਹੋਈ ਹੁੰਦੀ ਹੈ। ਓਕੇ ਸੋ ਇਟ ਕੈਨ ਬੀ ਕਾਫੀ ਪੇਸ਼ੈਂਟਸ ਨੂੰ ਇਵਨ ਹਰਨੀਆ ਹੁੰਦਾ ਔਰ ਅਸੀਂ ਇਹ ਸਰਜਰੀ ਦੇ ਨਾਲ ਹਰਨੀਆ ਵੀ ਰਿਪੇਅਰ ਕਰ ਸਕਦੇ ਹਾਂ। ਓਕੇ ਠੀਕ ਹੈ। ਤੇ ਇੱਕ ਜਿਵੇਂ ਅੱਜਕੱਲ ਟ੍ਰੀਟਮੈਂਟ ਚੱਲੀ ਹੈ ਟਮੀ ਟਕ ਦੀ ਬਹੁਤ ਜ਼ਿਆਦਾ ਅਸੀਂ ਸੁਣਨ ਨੂੰ ਮਿਲਦੀ ਆ ਤੇ ਇਹਦੇ ਵਿੱਚ ਕੀ ਇਹ ਸਰਜਰੀ ਹੈਗੀ ਆ ਜਾਂ ਇਹਦਾ ਕੀ ਸਾਈਡ ਇਫੈਕਟ ਜਾਂ ਇਹਦਾ ਕੀ ਇਫੈਕਟ ਦੇਖਣ ਨੂੰ ਮਿਲਦਾ ਆ ਕਿਉਂਕਿ ਟਮੀ ਦਾ ਨਾਮ ਮਤਲਬ ਕਿਤੇ ਨਾ ਕਿਤੇ ਬੈਲੀ ਨਾਲ ਜੁੜੀ ਹੋਈ ਇਹ ਚੀਜ਼ ਹੈਗੀ ਆ ਨਾ ਤੇ ਪਤਾ ਇਹਦੇ ਬਾਰੇ ਥੋੜਾ ਦੱਸ ਦਿਓ। ਟਮੀ ਟਕ ਬੇਸਿਕਲੀ ਜਿਹੜੀ ਸਾਡੇ ਐਬਡੋਮਨ ਲੋਅਰ ਪੇਟ ਦਾ ਜੋ ਹਿੱਸਾ ਹੈਗਾ ਉਹ ਹੈਂਗ ਕਰ ਰਿਹਾ ਹੈ ਤਾਂ ਉਹਨੂੰ ਅਸੀਂ ਐਕਸਰਸਾਈਜ਼ ਕਰਦੇ ਨੇ ਮਤਲਬ ਕੱਟ ਦਿੰਦੇ ਸੋ ਪੂਰੇ ਪੇਟ ਦੇ ਅਕ੍ਰੋਸ ਕੱਟ ਦੇ ਕੇ ਜਿੰਨਾ ਫालतू ਸਕਿਨ ਔਰ ਉਹਦੇ ਨਾਲ ਵੀ ਫੈਟ ਹੈ ਉਹਨੂੰ ਰਿਮੂਵ ਕਰ ਦਿੱਤਾ ਜਾਂਦਾ। ਓਕੇ ਇਹ ਅਸੀਂ ਕੁਝ ਬੈਰੀਐਟ੍ਰਿਕ ਪੇਸ਼ੈਂਟਸ ਦੇ ਬਾਅਦ ਆਫਟਰ ਬੈਰੀਐਟ੍ਰਿਕ ਕਰਦੇ ਹਾਂ। ਸਪੋਜ਼ ਕਿਸੇ ਦਾ weight 150 kg ਹੈ ਔਰ ਨਾਰਮਲ weight 80 kg ਹੀ ਹੈ ਜਦੋਂ ਇੰਨਾ weight ਲੂਜ਼ ਹੋਏਗਾ ਔਰ ਪੇਸ਼ੈਂਟ ਦੀ ਅਗਰ ਏਜ ਜ਼ਿਆਦਾ ਤਾਂ ਹੋ ਸਕਦਾ ਕੁਝ ਸਕਿਨ ਜਿਹੜੀ ਹੈ ਉਹ ਨੀਚੇ ਫਾਲ ਹੋਵੇ ਜੀ। ਉਹਨੂੰ ਅਸੀਂ ਰਿਮੂਵ ਕਰਨ ਲਈ ਬਾਅਦ ਦੇ ਵਿੱਚ 1.5-2 ਸਾਲ ਦੇ ਬਾਅਦ ਉਹ ਲੂਜ਼ ਸਕਿਨ ਜਿਹੜੀ ਰਿਮੂਵ ਕਰ ਦਿੰਦੇ which is called ਟਮੀ ਟਕ या मेडिकल टर्म जो एब्डोमिनोप्लास्टी सर्जरी कहते हैं। ओके लेकिन अगर वो पेशेंट जिहड़ा नु वेट ज्यादा है बैरिएट्रिक दी रेंज फॉल करदा लेकिन वो बैरिएट्रिक तो डर के कि कोई कॉम्प्लिकेशन ना हो जाए या कोई लॉन्ग टर्म कोई प्रॉब्लम ना आए सिंपल टमी टक करा लें तो ਉਹਦਾ ਕੋਈ ਬਹੁਤ ਜ਼ਿਆਦਾ ਅੱਛਾ ਬੈਨੀਫਿਟ ਨਹੀਂ ਹੁੰਦਾ ਬਿਕੋਜ਼ ਉਹਨਾਂ ਦੇ ਅੰਦਰੋਂ ਦੀ ਕੁਝ ਵੀ ਚੇਂਜ ਨਹੀਂ ਹੁੰਦਾ ਬੋਡੀ ਸਿਸਟਮ ਜਿਹੜਾ ਉਹ ਸੇਮ ਹੀ ਰਹੇਗਾ ਸਟਮਕ ਦਾ ਸਾਈਜ਼ ਖਾਣੇ ਦਾ ਐਬਜ਼ੌਰਪਸ਼ਨ ਜੀ ਔਰ ਓਵਰ ਟਾਈਮ ਉਹ weight ਰੀਗੇਨ ਹੋ ਜਾਂਦਾ। ਓਕੇ ਔਰ ਟਮੀ ਟਕ ਨਾਲ ਬਹੁਤ ਜ਼ਿਆਦਾ ਲੂਜ਼ ਵੀ ਨਹੀਂ ਹੋਏਗਾ ਯੂਜੂਅਲੀ ਹਾਰਡਲੀ 3 to 4 kg 5 kg ਇੰਨਾ ਕਿਲੋ ਬਟ ਇਹ ਫਿਰ ਪ੍ਰੋਪਰ ਸਿਰਫ ਉਹਨੇ ਪੋਰਸ਼ਨਸ ਨੂੰ ਹੀ ਕਵਰ ਕਰੇਗਾ ਜਿਹਨੂੰ ਅਸੀਂ ਜਿਹੜਾ ਪੋਰਸ਼ਨ ਰਿਮੂਵ ਕਰਾਂਗੇ ਉਹਨਾਂ ਪੋਰਸ਼ਨ ਹੀ ਕਵਰ ਹੋਏਗਾ। ਓਕੇ ਇਸੇ ਤਰ੍ਹਾਂ ਲਾਈਪੋਸੈਕਸ਼ਨ ਹੈ ਲਾਈਪੋਸੈਕਸ਼ਨ ਚ ਛੋਟਾ ਜਿਹਾ ਹੋਲ ਕਰਕੇ
ਉਹਦੇ 'ਚ ਇੱਕ ਮੈਟਲ ਦਾ ਕੈਨੂਲਾ ਪਾ ਕੇ ਫੈਟ ਸਕ ਕੀਤੀ ਜਾਂਦੀ। ਲਾਈਪੋ ਮੀਨਸ ਫੈਟ ਔਰ ਲਾਈਪੋਸੈਕਸ਼ਨ ਮੀਨਸ ਫੈਟ ਨੂੰ ਸਕ ਕੀਤਾ ਜਾਂਦਾ। ਵੈਕਿਊਮ ਮਸ਼ੀਨ ਨਾਲ ਫੈਟ ਨੂੰ ਜਿੱਥੇ ਤੁਹਾਨੂੰ ਲੱਗਦਾ ਕਿ ਫੈਟ ਜ਼ਿਆਦਾ ਹੈ ਉਹਨੂੰ ਰਿਮੂਵ ਕੀਤਾ ਜਾਂਦਾ। ਬਟ ਅਗੇਨ ਦ ਥਿੰਗ ਇਜ਼ ਕਿ ਬਹੁਤ ਜ਼ਿਆਦਾ ਨਹੀਂ ਕੱਟ ਸਕਦੇ, 5-7 ਕਿਲੋ ਮੈਕਸਿਮਮ ਇੰਨਾ ਫੈਟ ਰਿਮੂਵ ਕੀਤਾ ਜਾਂਦਾ। ਮਤਲਬ ਓਵਰਆਲ ਅਸੀਂ ਗੱਲ ਕਰੀਏ ਤਾਂ ਬੈਰੀਐਟ੍ਰਿਕ ਸਰਜਰੀ ਹੀ ਸਭ ਤੋਂ ਕਾਮਯਾਬ ਆ, ਕਿਉਂਕਿ ਇਹਦੇ ਵਿੱਚ ਅਸੀਂ ਮੈਕਸਿਮਮ ਤੋਂ ਮੈਕਸਿਮਮ weight ਆ ਜਿਹੜਾ ਆਪਣਾ ਘਟਾ ਸਕਦੇ ਆ ਸਰਜਰੀ ਦੇ ਰਾਹੀਂ। ਇਹ ਨਹੀਂ ਕਿ ਕਾਮਯਾਬ ਹੈ, ਇਟ ਡਿਪੈਂਡਸ ਕਿ ਤੁਹਾਡਾ BMI ਕਿੰਨਾ ਹੈ। ਅਗਰ ਤੁਹਾਡਾ BMI ਬੈਰੀਐਟ੍ਰਿਕ ਸਰਜਰੀ ਦੀ ਰੇਂਜ 'ਚ ਫਾਲ ਕਰ ਰਿਹਾ ਹੈ ਜੀ, ਫਿਰ ਉਸ ਤੋਂ ਘੱਟ ਸਰਜਰੀਜ਼ ਕਰਵਾ ਕੇ, ਲਾਈਪੋਸੈਕਸ਼ਨ ਕਰਵਾ ਕੇ ਜਾਂ ਟਮੀ ਟਕ ਕਰਵਾ ਕੇ ਫਾਇਦਾ ਨਹੀਂ ਹੋਏਗਾ। ਲੇਕਿਨ ਅਗਰ ਤੁਹਾਡਾ weight ਹੀ ਸਪੋਜ਼ 30 BMI ਹੈ, ਤੁਹਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਥੋੜਾ ਜਿਹਾ ਘਟਾਉਣਾ ਚਾਹੁੰਦੇ ਹੋ, ਐਬਡੋਮਨ ਦੀ ਸ਼ੇਪ ਠੀਕ ਕਰਨਾ ਚਾਹੁੰਦੇ ਹੋ, ਜਾਂ ਕਿਸੇ ਨੂੰ ਡਬਲ ਚਿਨ ਹੈ ਜਾਂ ਸਿਰਫ ਆਰਮਸ ਤੇ ਹਲਕਾ ਜਿਹਾ ਥੋੜੀ ਜਿਹੀ ਟਾਈਟਨਿੰਗ ਕਰਨੀ, ਉਹਨਾਂ ਲਈ ਇਹ ਕਾਸਮੈਟਿਕ ਪ੍ਰੋਸੀਜਰਸ ਹੈ ਜਿਹੜੇ ਕਹ ਲਓ ਲਾਈਪੋਸੈਕਸ਼ਨ ਜਾਂ ਟਮੀ ਟਕ। ਜੀ ਬਿਲਕੁਲ, ਮਤਲਬ ਅੱਜਕੱਲ ਸਾਡੇ ਕੋਲ ਸਾਇੰਸ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਸਾਡੇ ਬੋਡੀ ਦੇ ਜਿਹੜੇ ਵੀ ਪਾਰਟ ਤੇ ਸਾਨੂੰ ਫੈਟ ਲੱਗਦੀ ਹੈ ਅਸੀਂ ਉਹਨੂੰ ਵਾਪਸ ਸ਼ੇਪ ਦੇ ਵਿੱਚ ਲਿਆ ਸਕਦੇ ਹਾਂ। ਐਵੇਂ ਨਹੀਂ ਅਸੀਂ ਕਹਿ ਸਕਦੇ ਕਿ ਅਸੀਂ ਜੇ ਕਰੀਨਾ ਕਪੂਰ ਵਾਂਗੂ ਬਣਨਾ ਹੈ ਤਾਂ ਉਹਨਾਂ ਨੂੰ ਅਸੀਂ ਸਰਜਰੀਜ਼ ਕਰਵਾ ਕੇ ਉਹਨਾਂ ਵਰਗੀ ਲੁੱਕ ਅਸੀਂ ਲਿਆ ਸਕਦੇ ਹਾਂ। ਬਿਲਕੁਲ, ਉਹ ਦੈਟ ਇਜ਼ ਅ ਡਿਫਰੈਂਟ ਸੈਕਸ਼ਨ। ਮਤਲਬ ਬੈਰੀਐਟ੍ਰਿਕ ਜਿਹੜਾ ਇਟ ਇਜ਼ ਨਾਟ ਅ ਕਾਸਮੈਟਿਕ ਸਰਜਰੀ। ਕਾਸਮੈਟਿਕ ਨਹੀਂ, ਮਤਲਬ ਕਿਸੇ ਅਲੱਗ-ਅਲੱਗ ਅਸੀਂ ਪੋਰਸ਼ਨਸ ਨੂੰ, ਜਿਵੇਂ ਅਸੀਂ ਕਹਿ ਦਿੰਦੇ ਆ ਕਿ ਫਲਾਣੇ ਦਾ ਇੰਨਾ weight ਸੀ ਉਹਨਾਂ ਨੇ ਇੱਕਦਮ ਕਰ ਲਿਆ। ਅਸੀਂ ਕਹਿ ਦਿੰਦੇ ਆ ਕਿ ਹੀਰੋਇਨਸ ਦੀ ਐਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਸੋਨਾਕਸ਼ੀ ਸਿਨਹਾ ਨੇ weight ਇੰਨਾ ਸੀ ਤੇ ਉਹਨੇ ਇੰਨਾ ਰਿਡਿਊਸ ਕਰ ਲਿਆ। ਤੇ ਜੇਕਰ ਕਿਸੇ ਦਾ 100 ਐਂਡ ਅਬਵ weight ਹੈਗਾ ਉਹ ਵੀ ਬੈਰੀਐਟ੍ਰਿਕ ਸਰਜਰੀ ਰਾਹੀਂ ਉਹਨੂੰ ਘੱਟ ਕਰ ਸਕਦਾ ਹੈ। ਬਿਲਕੁਲ, ਉਹਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਕਾਮਯਾਬੀ ਹਾਸਲ ਹੋ ਸਕਦੀ ਹੈ ਤੇ ਉਹ ਵੀ ਕਿਤੇ ਨਾ ਕਿਤੇ ਵਾਪਸ ਆਪਣੀ ਸ਼ੇਪ ਵਿੱਚ ਆ ਕੇ ਬਿਲਕੁਲ ਆਪਣੀ ਇੱਕ ਅੱਛੀ ਲੁੱਕ ਲਿਆ ਸਕਦੇ ਨੇ। ਸੋ ਉਵੇਂ ਦੀ ਕੋਈ ਜ਼ਿਆਦਾ ਭਾਵਨਾ ਲਿਆਉਣ ਦੀ ਲੋੜ ਨਹੀਂ ਹੈ ਕਿ ਜੇਕਰ ਤੁਸੀਂ ਮੋਟੇ ਹੋ ਤਾਂ ਤੁਸੀਂ ਪਤਲੇ ਨਹੀਂ ਹੋ ਸਕਦੇ। ਅੱਜ ਕੱਲ੍ਹ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਬਹੁਤ ਜ਼ਿਆਦਾ ਆਪਸ਼ਨਸ ਅਵੇਲੇਬਲ ਹੈਗੇ ਨੇ, ਤੁਹਾਡਾ weight ਜਿਹੜਾ ਆ ਉਹ ਘੱਟ ਸਕਦਾ ਆ। ਇਸ ਤੋਂ ਇਲਾਵਾ ਡਾਕਟਰ ਸਾਹਿਬ ਮਾਰਕੀਟ ਦੇ ਵਿੱਚ ਵੀ ਬਹੁਤ ਸਾਰਾ ਫੂਡ ਸਪਲੀਮੈਂਟਸ ਬਹੁਤ ਜ਼ਿਆਦਾ ਅਵੇਲੇਬਲ ਹੋ ਰਹੇ ਨੇ। ਲੋਕੀ ਬਿਨਾਂ ਸੋਚੇ ਸਮਝੇ ਲੈਣਾ ਇਹਨਾਂ ਨੂੰ ਸ਼ੁਰੂ ਕਰ ਦਿੰਦੇ ਨੇ ਕਿ ਹਾਂ ਸ਼ਾਇਦ ਇਹ ਖਾਣ ਦੇ ਨਾਲ ਸਾਨੂੰ ਫਾਇਦਾ ਹੋ ਜਾਏਗਾ, ਇੱਕ ਦੂਜੇ ਦੀ ਰੀਸ ਦੇ ਵਿੱਚ ਖਾਣਾ ਸ਼ੁਰੂ ਕਰ ਦਿੰਦੇ ਨੇ। ਇਹਨਾਂ ਦਾ ਕਿੰਨਾ ਕੁ ਅਸਰ ਵੈਸੇ ਵਾਕਈ ਦੇਖਣ ਨੂੰ ਮਿਲਦਾ ਹੈ ਇਹਨਾਂ ਦਾ ਅਸਰ? ਇਹ ਵੀ ਅਗੇਨ ਸੇਮ ਥਿੰਗ ਕਿ ਇਹਨਾਂ ਦਾ ਅਸਰ 5 ਤੋਂ 10% ਤੱਕ weight lose ਕਰਨ ਤੇ ਹੈ, ਇਸ ਤੋਂ ਜ਼ਿਆਦਾ ਨਹੀਂ। ਸੋ ਜਿਹੜੇ ਪੇਸ਼ੈਂਟ ਸਾਡੇ ਕੋਲ ਇਸ ਕੈਟੇਗਰੀ 'ਚ ਫਾਲ ਕਰਦੇ ਆ ਲੈਸ ਦੈਨ BMI 32.5, ਉਹਨਾਂ 'ਚ ਅਸੀਂ ਵੀ ਫੂਡ ਸਪਲੀਮੈਂਟਸ ਦਿੰਦੇ ਹਾਂ ਕਿ 1 ਜਾਂ 2 ਡਾਈਟਸ ਜਿਹੜੀਆਂ ਮਿਸ ਕਰਕੇ ਇਹ ਸਪਲੀਮੈਂਟ ਲਓ। ਇਟ ਇਜ਼ ਨਾਟ ਐਕਚੁਅਲੀ ਸਪਲੀਮੈਂਟ, ਇਟ ਇਜ਼ ਯੂਜ਼ਡ ਐਜ਼ ਅ ਰਿਪਲੇਸਮੈਂਟ। ਤੁਸੀਂ ਲੰਚ ਨਹੀਂ ਕਰਨਾ, ਇਹਨੂੰ ਰਿਪਲੇਸ ਕਰਕੇ ਪਾਊਡਰ ਲੈਣਾ ਹੈ, ਜਾਂ ਡਿਨਰ ਨਹੀਂ ਕਰਨਾ, ਇਹਨੂੰ ਰਿਪਲੇਸ ਕਰਕੇ ਇਹਦੀ ਜਗ੍ਹਾ ਪਾਊਡਰ ਲੈਣਾ। ਪਾਊਡਰ ਜਿਹੜਾ ਉਹ ਇਟ ਇਜ਼ ਰਿਚ ਇਨ ਪ੍ਰੋਟੀਨਸ ਤੇ ਉਹਦੇ ਵਿੱਚ ਫੈਟ ਔਰ ਕਾਰਬੋਹਾਈਡਰੇਟਸ ਦੀ ਕੁਆਂਟੀਟੀ ਘੱਟ ਹੁੰਦੀ। ਸੋ ਉਹਦੇ ਨਾਲ ਜਿਹੜੀ ਹੈ ਬੋਡੀ ਦੀ ਪ੍ਰੋਟੀਨ ਦੀ ਕੁਆਂਟੀਟੀ ਬਣੀ ਰਹਿੰਦੀ ਹੈ ਔਰ ਕੈਲੋਰੀਜ਼ ਘੱਟ ਜਾਂਦੀਆਂ ਜੀ। ਤੇ ਬਈ ਜਿਵੇਂ ਜਿਮ ਵਿੱਚ ਵੀ ਜਾਂਦੇ ਨੇ ਜਿਹੜੇ ਐਕਸਰਸਾਈਜ਼ ਕਰਦੇ ਨੇ ਤੇ ਉਹਨਾਂ ਨੂੰ ਉੱਥੇ ਮਤਲਬ ਪ੍ਰੋਟੀਨ ਪਾਊਡਰਸ ਵਗੈਰਾ ਦਿੱਤੇ ਜਾਂਦੇ ਨੇ, ਸ਼ੇਕਸ ਵਗੈਰਾ ਦਿੱਤੇ ਜਾਂਦੇ ਨੇ, ਬਟ ਜਦੋਂ ਜਿਮ ਛੱਡ ਦਿੰਦੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਬੋਡੀ ਵਿੱਚ ਫਲਾਵਟ ਦੇਖਣ ਨੂੰ ਮਿਲਦੀ ਆ ਉਹਦੇ ਸ਼ੇਕਸ ਵਗੈਰਾ ਦੀ ਜਦੋਂ ਇਨਟੇਕ ਕਰਦੇ ਨੇ ਉਹ। ਤੇ ਉਵੇਂ ਦੇ ਫਿਰ ਪੇਸ਼ੈਂਟਸ ਦਾ ਤੁਹਾਡੇ ਕੋਲ ਜਦੋਂ ਕੋਈ ਆਉਂਦਾ ਐਵੇਂ ਦਾ ਜਿਹੜਾ ਜਿਮ ਦੇ ਵਿੱਚ ਜਾ ਕੇ ਜਾਂ ਕੁਝ ਐਵੇਂ ਦਾ ਇਨਟੇਕ ਕਰਕੇ ਐਵੇਂ ਦੇ ਪਾਊਡਰਸ ਵਗੈਰਾ ਸਪਲੀਮੈਂਟਸ ਵਗੈਰਾ ਖਾ ਕੇ ਉਹਨਾਂ ਦਾ weight ਵੱਧ ਜਾਂਦਾ, ਫਿਰ ਉਹਨਾਂ ਨੂੰ ਤੁਸੀਂ ਕੀ ਮਤਲਬ ਸੁਜੈਸਟ ਕਰਦੇ ਹੋ? ਅਗੇਨ ਡਿਪੈਂਡ ਕਰਦਾ ਉਹਦੀ ਹਿਸਟਰੀ ਤੇ ਕਿ ਸਭ ਤੋਂ ਜ਼ਿਆਦਾ weight ਕਿੰਨਾ ਸੀਗਾ, ਉਹਨੇ ਕਿੰਨਾ ਘਟਾ ਪਾਏ, ਕਿੰਨਾ ਰੀਗੇਨ ਹੋਇਆ ਜੀ, ਔਰ ਪ੍ਰੈਜ਼ੈਂਟਲੀ ਉਹਦਾ BMI ਕਿੰਨਾ ਹੈ। तो सारी कैलकुलेशंस करके अगर ਸਾਨੂੰ ਲੱਗਦਾ ਹੈ ਕਿ ਇਹ ਜਿਮ ਨਾਲ ਜਾਂ ਬਾਕੀ ਕਿਸੇ ਹੋਰ ਮੈਥਡ ਨਾਲ ਘਟਾ ਸਕਦਾ ਹੈ ਤਾਂ ਉਸ ਨੂੰ ਇਨਕਰੇਜ ਕਰਦੇ ਹਾਂ ਕਿ ਪਹਿਲਾਂ ਤੁਸੀਂ ਟਰਾਈ ਕਰ ਲਓ ਮੇਬੀ ਅਨਦਰ ਫਿਊ ਮੋਰ ਮੰਥਸ। ਬਟ ਅਗਰ ਉਹਦਾ BMI ਜ਼ਿਆਦਾ ਹੈ, ਕਾਫੀ ਜ਼ਿਆਦਾ ਹੈ, then we feel ਕਿ ਬੈਰੀਐਟ੍ਰਿਕ ਇਜ਼ ਐਨ ਆਪਸ਼ਨ ਜੀ। ਤੁਹਾਡੇ ਕੋਲ ਜਿਵੇਂ ਪੇਸ਼ੈਂਟਸ ਆਉਂਦੇ ਜ਼ਿਆਦਾ ਸੰਖਿਆ ਵਿੱਚ ਕੌਣ ਆਉਂਦੇ ਆ? ਲੇਡੀਜ਼ ਆਉਂਦੀਆਂ ਨੇ ਕਿ ਜੈਂਟਸ ਆਉਂਦੇ ਨੇ? I think little bit more of ਫੀਮੇਲਸ ਜ਼ਿਆਦਾ ਕੌਨਸ਼ੀਅਸ ਨੇ ਬਿਲਕੁਲ ਆਪਣੀ ਹੈਲਥ ਨੂੰ ਲੈ ਕੇ। ਤੇ ਕੀ ਉਹਨਾਂ ਦੀ ਜ਼ਿਆਦਾ ਪਸੰਦ ਕਿਹੜੀ ਹੁੰਦੀ ਹੈ? ਜੇ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ, ਉਹਨਾਂ ਨਾਲ ਪੂਰਾ ਕੰਸਲਟ ਕਰਦੇ ਹੋ, ਤੇ ਉਹਨਾਂ ਦੀ ਕੀ ਪਹਿਲੀ ਪਸੰਦ ਹੁੰਦੀ ਹੈ? ਕਿਹੜੀ ਸਰਜਰੀ ਨੂੰ ਉਹ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ? ਇਹ ਕੁਝ ਪੇਸ਼ੈਂਟਸ ਹੈ ਜਿਹੜੇ ਆਲਰੇਡੀ ਨੈਟ ਤੋਂ ਬੜੀ ਰਿਸਰਚ ਕਰਕੇ ਆਏ ਹੁੰਦੇ ਜਾਂ ਕਿਸੇ ਹੋਰ ਬੈਰੀਐਟ੍ਰਿਕ ਸਰਜਨ ਨੂੰ ਮਿਲ ਕੇ ਆਏ ਹੁੰਦੇ, ਉਹਨਾਂ ਦੇ ਮਾਈਂਡ 'ਚ ਕਲੀਅਰ ਹੁੰਦਾ ਹੈ ਕਿ ਦਿਸ ਇਜ਼ ਦੀ ਸਰਜਰੀ ਵਿਚ ਆਈ ਵਾਂਟ ਟੂ ਆਪਟ। ਅਗਰ ਉਹ ਮੇਰੀ ਚੋਇਸ ਨਾਲ ਮੈਚ ਕਰਦੇ ਹੈ, ਜੋ ਮੇਰਾ ਫਾਰਮੂਲਾ ਹੈ ਕੈਲਕੂਲੇਸ਼ਨ ਕਰਨ ਦਾ, ਦੈਨ ਵੀ ਗੋ ਅहेड। अगर वो नहीं मैच करते, सपोज मैं ए सर्जरी करना चाहना हूँ, बी करवाना चाहते, then we see कि बी भी ਉਹਨਾਂ ਲਈ ਫਾਇਦੇਮੰਦ ਹੋਏਗੀ, ਕੋਈ ਨੁਕਸਾਨ ਤਾਂ ਨਹੀਂ ਕਰੇਗਾ। ਫਿਰ ਉਹਨੂੰ ਸਾਰੇ ਪ੍ਰੋਜ਼ ਐਂਡ ਕੌਨਸ ਦੱਸ ਕੇ ਕਿ ਇਹਨਾਂ ਦਾ ਕੀ ਫਾਇਦਾ ਨੁਕਸਾਨ ਹੈ, ਫਿਰ ਅਸੀਂ ਮਿਊਚੁਅਲੀ ਡਿਸਾਈਡ ਕਰਦੇ ਹਾਂ ਕਿ ਵੀ ਵਿਲ ਗੋ ਅहेड ਵਿਦ ਜੀ। ਜਿਹੜੇ ਡਾਇਬੀਟਿਕ ਪੇਸ਼ੈਂਟਸ ਹੁੰਦੇ ਨੇ ਕਿ ਉਹਨਾਂ ਦਾ ਵੀ ਇਸ ਦੇ ਵਿੱਚ ਇਲਾਜ ਕੀਤਾ ਜਾਂਦਾ ਸਰਜਰੀ ਦੇ ਥਰੂ, ਉਹਨਾਂ ਦੀ ਵੀ ਡਾਇਬੀਟਿਸ ਵਗੈਰਾ ਤੇ ਕੰਟਰੋਲ ਕੀਤਾ ਜਾਂਦਾ, ਜਿਵੇਂ ਡਾਇਬੀਟਿਸ 1 ਐਂਡ ਡਾਇਬੀਟਿਸ 2 ਦੇ ਟਾਈਪ ਦੇ ਪੇਸ਼ੈਂਟਸ ਹੁੰਦੇ ਨੇ, ਤੇ ਉਹਨਾਂ ਦੇ ਨਾਲ ਇਹ ਸਰਜਰੀ ਦਾ ਕਿਵੇਂ ਮਤਲਬ ਕੰਬੀਨੇਸ਼ਨ ਫਿਰ ਬਣਦਾ ਹੈ?
ਇਹ ਸਰਜਰੀ ਮੇਨਲੀ ਡਾਇਬੀਟੀਜ਼ ਟਾਈਪ 2 ਲਈ ਪ੍ਰੈਫਰਡ ਹੈ। ਓਕੇ ਟਾਈਪ 1 ਅਗਰ ਪੇਸ਼ੈਂਟ ਹੈ ਔਰ ਉਹਦਾ weight ਇੰਨਾ ਜ਼ਿਆਦਾ ਹੈ ਕਿ ਉਹਨੂੰ ਬਿਕੋਜ਼ ਆਫ weight ਸਰਜਰੀ ਕਰਵਾਉਣੀ ਪੈਂਦੀ ਹੈ, then it is a different story, we can do it। ਲੇਕਿਨ ਟਾਈਪ 2 ਡਾਇਬੀਟਿਕਸ ਦੇ ਵਿੱਚ ਇਹਦਾ ਕਾਫੀ ਜ਼ਿਆਦਾ ਰੋਲ ਹੈ, ਕਿਉਂਕਿ ਟਾਈਪ 2 ਡਾਇਬੀਟਿਸ ਜ਼ਿਆਦਾਤਰ ਪੇਸ਼ੈਂਟਸ 'ਚ ਠੀਕ ਹੋ ਜਾਂਦੀ ਹੈ, ਰਿਜ਼ੋਲਵ ਹੋ ਜਾਂਦੀ ਹੈ। ਸੋ ਜਿਹੜੀ ਡਾਇਬੀਟਿਸ ਰਿਮਿਸ਼ਨ ਹੈ, that is coming up now as a major thing। ਜੀ ਈਵਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 27.5 BMI ਤੇ ਹੀ ਹੁਣ ਜ਼ਿਆਦਾਤਰ ਵਰਲਡ ਦੀਆਂ ਸੋਸਾਇਟੀਜ਼, ਈਵਨ ਲਾਸਟ ਡੇਟਾ ਆਇਆ ਜੀ। ਵਰਲਡ 'ਚ 45 ਮੇਜਰ ਐਸੋਸੀਏਸ਼ਨ ਸੀਗੀਆਂ, ਜਿਨ੍ਹਾਂ 'ਚ ਅਮਰੀਕਨ ਡਾਇਬੀਟਿਸ ਐਸੋਸੀਏਸ਼ਨ ADA, ਇੰਟਰਨੈਸ਼ਨਲ ਡਾਇਬੀਟਿਸ ਫੈਡਰੇਸ਼ਨ, ਇਹ ਦੋ ਗਾਈਡਲਾਈਨਸ ਹੈ ਜਿਹੜੇ ਜ਼ਿਆਦਾਤਰ ਡਾਇਬੀਟਿਸ ਟ੍ਰੀਟਮੈਂਟ ਲਈ ਵਰਲਡ ਓਵਰ ਫਾਲੋ ਹੁੰਦੇ ਜੀ। ਇਹ ਸਾਰਿਆਂ ਨੇ ਰਿਕਮੈਂਡ ਕੀਤਾ ਕਿ ਅਗਰ BMI 27.5 ਤੋਂ ਜ਼ਿਆਦਾ ਹੈ और शुगर नहीं कंट्रोल हो रही with the best available medicines and insulin, then you should opt for metabolic surgery। जी। और even there are patients जिन्हां ਨੂੰ ਹਾਲੇ ਉਸ डायबिटीज स्टार्ट ही हुई है after a few years ਦੇ ਸੇ ਕਿ ਨਹੀਂ ਅਸੀਂ ਸਰਜਰੀ ਕਰਵਾ ਕੇ ਇਹਨੂੰ ਠੀਕ ਕਰਨਾ ਚਾਹੁੰਦੇ, ਉਹ ਵੀ patients now they are coming up। ਤੇ ਜਿਹੜੇ ਪੇਸ਼ੈਂਟਸ ਨੇ ਇੱਕ ਵਾਰੀ ਸਰਜਰੀ ਕਰਵਾ ਲਈ ਹੈ ਤੇ ਆਫਟਰ ਕੁਝ ਟਾਈਮ ਉਹਨਾਂ ਨੂੰ ਸਾਲ 10 ਸਾਲ 12 ਸਾਲ ਬਾਅਦ ਉਹ ਦੁਬਾਰਾ ਲੱਗ ਰਿਹਾ ਉਹਨਾਂ ਨੂੰ ਕਿ ਉਹਨਾਂ ਵਿੱਚ ਮੋਟਾਪਾ ਵਾਪਸ ਆਇਆ, ਕੀ ਇੱਕ ਵਾਰੀ ਸਰਜਰੀ ਕਰਵਾਉਣ ਤੋਂ ਬਾਅਦ ਉਹ ਦੁਬਾਰਾ ਸਰਜਰੀ ਕਰਵਾ ਸਕਦੇ ਨੇ? करवा सकते हैं। अगर पेशेंट तैयार नहीं करे, उन्होंने भूल ही गया कि मैं सर्जरी करवाई है, मैं कुछ बेसिक प्रिंसिपल जो है हेल्दी लाइफ स्टाइल के फॉलो करना है, अगर वो वॉकिंग पेशेंट कर रहा है या फूड ਜਿਹੜਾ ਰਿਪੀਟਡਲੀ ਅਨਹੈਲਦੀ ਲੈ ਰਿਹਾ ਹੈ, ਕਈ ਵਾਰੀ ਜਿਵੇਂ ਐਸ ਯੂ ਨੋ ਕਿ ਸਾਡਾ ਲਾਈਫਸਟਾਈਲ ਕਿ ਅੱਜਕੱਲ ਬਹੁਤ ਜ਼ਿਆਦਾ ਐਵੇਂ ਦਾ ਹੋ ਚੁੱਕਿਆ ਹੈ, ਹੈਕਟਿਕ ਸਕੇਜੂਲ ਹੋ ਚੁੱਕਿਆ, ਆਪਣੇ ਲਈ ਟਾਈਮ ਨਹੀਂ ਮਿਲਦਾ ਜਾਂ ਖਾਣਾ ਪ੍ਰੋਪਰ ਟਾਈਮ ਤੇ ਨਹੀਂ ਖਾਦਾ ਜਾਂਦਾ, ਉਹਦੇ ਕਰਕੇ ਕਿਤੇ ਨਾ ਕਿਤੇ ਜਾਂ ਸੈਡੈਂਟਰੀ ਲਾਈਫਸਟਾਈਲ ਦੇ ਕਰਕੇ ਦੁਬਾਰਾ ਆਪਣੀ ਸਿਹਤ ਵੱਲ ਨਹੀਂ ਇੰਨਾ ਧਿਆਨ ਦਿੱਤਾ ਜਾਂਦਾ, ਉਹਨਾਂ ਦੇ ਕਿਤੇ ਨਾ ਕਿਤੇ ਫਿਰ ਓਬੈਸਿਟੀ ਵੱਲ ਉਹ ਵੱਧਦੇ ਜਾ ਰਹੇ ਨੇ ਤੇ ਉਹ ਦੁਬਾਰਾ ਐਵੇਂ ਦਾ ਆਪਸ਼ਨ ਲੈਣਾ ਚਾਹੁੰਦੇ ਨੇ ਕਿ ਉਹ ਲੈ ਸਕਦੇ ਨੇ? ਲੈ ਸਕਦੇ, ਸਰਜਰੀ ਦੁਬਾਰਾ ਕੀਤੀ ਜਾ ਸਕਦੀ, ਬਟ ਅਗੇਨ ਦਿਸ ਇਜ਼ ਨਾਟ ਐਡਵਾਈਜ਼ੇਬਲ ਕਿ ਮੈਂ ਕਹਾਂ ਕਿ ਤੁਸੀਂ ਡਸਨਟ ਮੈਟਰ ਅੱਜ ਸਰਜਰੀ ਕਰਾਓ 10 ਸਾਲ ਬਾਅਦ ਦੁਬਾਰਾ ਕਰ ਦਾਂਗੇ। ਸੋ ਪੇਸ਼ੈਂਟ ਨੂੰ ਧਿਆਨ ਰੱਖਣਾ ਚਾਹੀਦਾ ਹੈ, ਸਾਡੇ ਨਾਲ ਮਿਲਦੇ ਰਹਿਣਾ ਚਾਹੀਦਾ ਹੈ, ਅਸੀਂ ਬਾਰ-ਬਾਰ ਉਹਨੂੰ ਪੁਸ਼ ਕਰਦੇ ਹਾਂ ਕਿ ਲਾਈਫਸਟਾਈਲ ਜਿਹੜੀ ਅੱਛੀ ਰੱਖੋ, ਬਿਕੋਜ਼ ਆਫ ਬੈਡ ਲਾਈਫਸਟਾਈਲ ਜਿਹੜੀ ਹੈ ਉਹਨੂੰ ਕਾਊਂਟਰ ਕਰਨ ਲਈ ਅਸੀਂ ਬਾਰ-ਬਾਰ ਸਰਜਰੀਜ਼ ਕਰੀਏ, ਇਹ ਐਡਵਾਈਜ਼ੇਬਲ ਨਹੀਂ ਹੈ। ਜੀ, ਇੱਕ ਵਾਰ ਜਿਵੇਂ ਤੁਸੀਂ ਸਰਜਰੀ ਕਰਦੇ ਹੋ ਉਸ ਤੋਂ ਬਾਅਦ ਹੌਲੀ-ਹੌਲੀ ਰਿਜ਼ਲਟ ਦੇਖਣ ਨੂੰ ਮਿਲਦਾ ਆ, ਇੱਕ ਸਾਲ ਬਾਅਦ ਤੁਸੀਂ ਜਿਵੇਂ ਕਹਿੰਦੇ ਹੋ ਕਿ ਸਾਲ ਬਾਅਦ ਵੀ ਇੱਕ ਵਾਰੀ ਪੇਸ਼ੈਂਟ ਨੂੰ ਸਾਡੇ ਨਾਲ ਜ਼ਰੂਰ ਕੰਸਲਟ ਕਰਨਾ ਚਾਹੀਦਾ ਆ, ਕੀ ਕੋਈ ਹੈਲਥ ਨੂੰ ਲੈ ਕੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜਦੋਂ ਅਸੀਂ ਸਰਜਰੀ ਕਰਵਾਉਂਦੇ ਹਾਂ ਉਸ ਤੋਂ ਬਾਅਦ ਕੋਈ ਹੈਲਥ ਰਿਲੇਟਡ ਪ੍ਰੋਬਲਮ ਤਾਂ ਨਹੀਂ ਦੇਖਣ ਨੂੰ ਮਿਲਦੀ? ਬਾਈ ਐਂਡ ਲਾਰਜ ਅਗਰ ਪੇਸ਼ੈਂਟ ਫੋਲੋ ਕਰਦਾ ਰਹੇ ਸਾਡੀ ਐਡਵਾਈਸ, ਵਿਟਾਮਿਨਸ ਕੈਲਸ਼ੀਅਮ ਦੀ ਇਨਟੇਕ ਲੈਂਦਾ ਰਹੇ ਤਾਂ ਯੂਜੂਅਲੀ ਨਹੀਂ ਆਉਂਦੇ। ਫਿਰ ਵੀ ਇਟ ਇਜ਼ ਸੇਫਰ ਕਿ ਉਹਨੂੰ ਸਾਲ ਦੇ ਬਾਅਦ ਇੱਕ ਵਾਰੀ ਦੇਖਿਆ ਜਾਏ। ਉਹਦੇ ਕਈ ਸਾਰੇ ਰੀਜ਼ਨਸ ਹੈ। ਫਸਟ ਇਜ਼ ਕਿ ਸਾਲ ਦੇ ਵਿੱਚ ਪੇਸ਼ੈਂਟ ਕਾਫੀ ਕੁਝ ਭੁੱਲ ਜਾਂਦਾ ਜੋ ਅਸੀਂ ਉਹਨੂੰ ਐਡਵਾਈਸ ਦਿੱਤਾ, ਇਹ ਖਾਣਾ ਹੈ ਨਹੀਂ ਖਾਣਾ, ਮੈਡੀਸਿਨਸ ਪ੍ਰੋਪਰਲੀ ਲੈ ਰਿਹਾ ਨਹੀਂ ਲੈ ਰਿਹਾ, ਹੋ ਸਕਦਾ ਜੋ ਅਸੀਂ ਲਿਖੀਆਂ ਮੈਡੀਸਿਨਸ ਉਹਨੂੰ ਨਹੀਂ ਮਿਲ ਰਹੀਆਂ, ਉਹਨੇ ਸਬਸਟੀਟਿਊਟ ਕਰਕੇ ਕੁਝ ਹੋਰ ਲੈ ਲਿਆ, ਉਹ ਪ੍ਰੋਪਰਲੀ ਉਹਦੇ ਚ ਇਨਟੇਕ ਹੋਣੀ ਹੈ ਨਹੀਂ ਜੀ। ਉਹ ਪਲੱਸ ਅਸੀਂ ਕੁਝ ਬਲੱਡ ਟੈਸਟ ਵੀ ਕਰਦੇ ਹਾਂ ਕਿ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ, ਕਿਤੇ ਕੋਈ ਕਿਸੇ ਪੇਸ਼ੈਂਟ ਦਾ HP ਤਾਂ ਨਹੀਂ ਘਟ ਰਿਹਾ ਫॉर ਅਦਰ ਰੀਜ਼ਨਸ ਜੀ। ਸੋ ਸਾਲ 'ਚ ਇੱਕ ਵਾਰੀ ਪੇਸ਼ੈਂਟ ਨੂੰ ਰਿਕਮੈਂਡਡ ਹੈ ਕਿ ਜ਼ਰੂਰ ਦਿਖਾਣਾ ਚਾਹੀਦਾ ਜੀ। ਕੀ ਇਹ ਸਕਸੈਸ ਤੁਸੀਂ ਅਗੇਨ ਆਈ ਟੈਲ ਯੂ ਕਿ ਇਹ ਇੱਕ ਨੈਗੇਟਿਵਲੀ ਨਹੀਂ ਇਹਨੂੰ ਲੈਣਾ ਚਾਹੀਦਾ। ਇਵਨ ਅਦਰ ਸਰਜਰੀਜ਼ ਜਿਸ ਤਰ੍ਹਾਂ ਅਸੀਂ ਲੇਸਿਕ ਕਰਾਉਂਦੇ ਹਾਂ ਅੱਖਾਂ ਦੀ, ਉਹਦੇ 'ਚ ਵੀ ਰਿਕਮੈਂਡਡ ਹੈ ਕਿ ਤੁਸੀਂ ਸਾਲ 'ਚ ਇੱਕ ਵਾਰੀ ਜ਼ਰੂਰ ਦਿਖਾਓ। ਲੇਕਿਨ ਜਿਨ੍ਹਾਂ ਦੇ ਸਪੈਕਸ ਉਤਰ ਜਾਂਦੇ ਹਨ ਉਹਨਾਂ ਨੂੰ ਆਫਟਰ ਫਿਊ ਇਅਰਸ ਭੁੱਲ ਜਾਂਦਾ ਕਿ ਉਹਨਾਂ ਨੂੰ ਕਦੀ ਸਪੈਕਸ ਲੱਗਿਆ ਸੀ, ਸੋ ਰੀਵਿਜ਼ਿਟ ਨਹੀਂ ਕਰਦੇ, ਜਦਕਿ ਦਿਸ ਇਜ਼ ਵੈਰੀ ਮਚ ਰਿਕਮੈਂਡਡ ਕਿ ਤੁਸੀਂ ਆਈ ਸਾਈਟ ਜਿਹੜੀ ਹੈ ਹਰ ਸਾਲ ਚੈੱਕ ਕਰਾਓ ਜੀ। ਔਰ ਇਸ ਤੋਂ ਇਲਾਵਾ ਤੁਸੀਂ ਦੇਖੋ ਹੁਣ ਬੜੇ ਸਾਰੇ ਡਿਜ਼ੀਜ਼ਸ ਲਈ ਰਿਕਮੈਂਡਡ ਹੈ ਕਿ ਸਾਲ 'ਚ ਇੱਕ ਵਾਰੀ ਆਪਣੀ ਬੋਡੀ ਦੀ ਸਕਰੀਨਿੰਗ ਕਰਾਓ। ਔਰ ਬੜੇ ਸਾਰੇ ਲੋਕ ਹੁਣ ਐਜ਼ ਅ ਫੈਸ਼ਨ ਵੀ ਕਰਵਾਉਂਦੇ ਹਨ ਕਿ ਸਾਲ 'ਚ ਇੱਕ ਵਾਰੀ ਸਾਰੇ ਬਲੱਡ ਟੈਸਟ ਕਰਾ ਲਏ, ਸਕੈਨਿੰਗ ਕਰਾ ਲਈ। ਉਹੀ ਚੀਜ਼ ਅਸੀਂ ਕਰ ਰਹੇ ਹਾਂ, ਵੀ ਨਾਟ ਆਸਕਿੰਗ ਸਮਥਿੰਗ ਸਪੈਸ਼ਲ, ਜਸਟ ਦੀ ਰੂਟੀਨ। ਬਿਲਕੁਲ, ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਪੇਸ਼ੈਂਟਸ ਵੀ ਅੱਜਕੱਲ ਵੈਸੇ ਬਹੁਤ ਜ਼ਿਆਦਾ ਅਵੇਅਰ ਹੋ ਚੁੱਕੇ ਨੇ ਆਪਣੀ ਹੈਲਥ ਨੂੰ ਲੈ ਕੇ, ਤੇ ਜਿਵੇਂ ਕੱਲ ਤੱਕ ਐਵੇਂ ਦੀਆਂ ਸਰਜਰੀ ਸੁਣਨ ਨੂੰ ਵੀ ਨਹੀਂ ਮਿਲਦੀਆਂ ਸੀ, ਤੇ ਅੱਜਕੱਲ ਪੇਸ਼ੈਂਟਸ ਖੁਦ ਇਹਨਾਂ ਦੀ ਸਰਚ ਮਾਰਦੇ ਨੇ, ਪ੍ਰੋਪਰ ਡਾਕਟਰਸ ਨਾਲ ਜਾ ਕੇ ਕੰਸਲਟ ਕਰਦੇ ਨੇ। ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇਹਨਾਂ ਸਰਜਰੀਜ਼ ਦਾ ਕੀ ਫਿਊਚਰ ਦੇਖਦੇ ਹੋ, ਕਿਉਂਕਿ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਇੰਡੀਆ ਇੱਕ ਮੈਡੀਕਲ ਹੱਬ ਬਣ ਚੁੱਕਿਆ, ਤੇ ਇਹ ਸਰਜਰੀਜ਼ ਦਾ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਫਿਊਚਰ ਹੈ? ਫਿਊਚਰ ਬੈਟਰ ਹੀ ਹੈ। ਐਵਰੀ ਈਅਰ ਨੰਬਰ ਆਫ ਸਰਜਰੀਜ਼ ਜਿਹੜੀਆਂ ਉਹ ਹੋਰ ਇੰਪਰੂਵ ਹੋ ਰਹੀਆਂ। ਪਹਿਲਾਂ ਆਪਸ਼ਨ ਨਹੀਂ ਸੀਗੀ, ਬਹੁਤ ਸਾਰੇ ਪੇਸ਼ੈਂਟ ਜਿਹੜੇ ਇਵਨ ਫੀਮੇਲਸ ਪ੍ਰੈਗਨੈਂਸੀ ਦੇ ਟਾਈਮ ਤੇ ਫੈਟ ਹੋਈਆਂ, ਉਸ ਤੋਂ ਬਾਅਦ ਦੇ ਵਿਲ till the end of their life they will remain obese ਜੀ। ਔਰ ਹੁਣ ਇਵਨ ਯੰਗ ਪੋਪੂਲੇਸ਼ਨ 'ਚ ਵੀ ਕਾਫੀ ਅਵੇਅਰਨੈਸ ਹੈ ਕਿ ਬੜੇ ਸਾਰੇ ਆਪਸ਼ਨਸ ਅਵੇਲੇਬਲ ਹੈ, ਔਰ ਇਹਦੇ ਬਿਕੋਜ਼ ਰਿਜ਼ਲਟਸ ਹੁਣ ਪਿਛਲੇ ਇੰਨੇ ਸਾਲਾਂ ਤੋਂ ਕਰ ਰਹੇ ਹਾਂ ਤਾਂ ਰਿਜ਼ਲਟਸ ਬੜੇ ਅੱਛੇ ਹੈ ਜੀ। ਸੋ ਡੈਫੀਨਿਟਲੀ ਐਵਰੀ ਈਅਰ ਨੰਬਰ ਆਫ ਪੀਪਲ ਹੂ ਆਰ ਅਡਾਪਟਿੰਗ ਪੀਡੀਆਟ੍ਰਿਕ ਸਰਜਰੀ ਆਰ ਗਰੋਇੰਗ। ਇੱਕ ਤਾਂ ਤੁਸੀਂ ਹੁਣੀ ਗੱਲ ਕੀਤੀ ਸੀ, ਤੁਸੀਂ ਦੱਸਿਆ ਸੀ ਕਿ ਜਿਹੜੇ ਅਨਮੈਰਿਡ ਲੋਕੀ ਨੇ ਉਹ ਇਹ ਸਰਜਰੀ ਨੂੰ ਆਪਟ ਕਰਦੇ ਆ, ਅੱਗੇ ਜਾ ਕੇ ਉਹਨਾਂ ਦਾ ਜ਼ਿਆਦਾ ਸਗੋਂ ਸਟੈਮਿਨਾ ਬਿਲਡ ਹੁੰਦਾ ਆ। ਇੱਕ ਏਜ ਤੋਂ ਬਾਅਦ, ਇੱਕ ਪ੍ਰੋਪਰ ਏਜ ਲਿਮਿਟ ਤੋਂ ਬਾਅਦ, ਜਦੋਂ ਜਿਵੇਂ ਕੋਈ ਥੋੜਾ ਏਜਡ ਹੋ ਰਿਹਾ 50+
ਤੇ ਉਹਨਾਂ ਨੂੰ ਆਬਵੀਅਸ ਜ਼ਿਆਦਾ ਮੋਟਾਪੇ ਦੇ ਕਰਕੇ ਨੀਸ ਪ੍ਰੋਬਲਮ ਜਾਂ ਕੁਝ ਐਵੇਂ ਦੀਆਂ ਪ੍ਰੋਬਲਮਸ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ। ਤੇ ਜਦੋਂ ਉਹ ਵਾਲੇ ਪੇਸ਼ੈਂਟਸ ਤੁਹਾਡੇ ਕੋਲ ਆਉਂਦੇ ਨੇ ਫਿਰ ਤੁਸੀਂ ਉਹਨਾਂ ਨੂੰ ਕੀ ਰਿਕਮੈਂਡ ਕਰਦੇ ਹੋ, ਕਿਉਂਕਿ ਮੋਟਾਪੇ ਦੇ ਕਰਕੇ ਕਿਤੇ ਨਾ ਕਿਤੇ ਅੱਗੇ ਜਾ ਕੇ ਥੋੜੀਆਂ ਕਹਿ ਦਿੰਦੇ ਆ ਜਿਵੇਂ ਬੋਨਸ ਵੀਕ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ ਤੇ ਅਸੀਂ ਆਪਣਾ ਭਾਰ ਪ੍ਰੋਪਰ ਨਹੀਂ ਆਪਣੇ ਪੈਰਾਂ ਤੇ ਚੱਲ ਪਾਉਂਦੇ, ਫਿਰ ਐਵੇਂ ਦੇ ਪੇਸ਼ੈਂਟਸ ਦੇ ਲਈ ਕੀ ਆਪਸ਼ਨਸ ਅਵੇਲੇਬਲ ਨੇ? ਅਗੇਨ ਸੇਮ ਕਿ ਇਹਨਾਂ ਦੇ ਪੇਸ਼ੈਂਟਸ ਅਗਰ ਸਪੋਜ਼ ਕੋਈ 50 ਪਲੱਸ ਹੈ, ਉਹਦੇ ਨੀ ਜੁਆਇੰਟਸ ਨਹੀਂ ਕੰਮ ਕਰ ਰਹੇ ਤਾਂ ਆਰਥੋਪੈਡਿਸ਼ਨ ਜਿਹੜੇ ਡਾਕਟਰਸ ਹੈ ਉਹ ਰਿਕਮੈਂਡ ਕਰਦੇ ਹੈ ਕਿ ਜੁਆਇੰਟਸ ਰਿਪਲੇਸ ਕਰਨ ਤੋਂ ਪਹਿਲਾਂ ਬੈਰੀਐਟ੍ਰਿਕ ਸਰਜਰੀ ਕਰਾਓ ਅਗਰ ਤੁਸੀਂ ਉਸ ਕੈਟਾਗਰੀ 'ਚ ਫਾਲ ਕਰਦੇ ਹੋ, ਕਿਉਂਕਿ weight ਇੰਨਾ ਜ਼ਿਆਦਾ ਹੈ ਤਾਂ ਨਵੇਂ ਜਿਹੜੇ ਜੁਆਇੰਟਸ ਪੈਣਗੇ ਉਹ ਵੀ ਕੰਮ ਨਹੀਂ ਕਰਨਗੇ ਪ੍ਰੋਪਰਲੀ, ਉਹਨਾਂ ਦੀ ਲਾਈਫ ਘਟ ਜਾਏਗੀ। ਸੋ ਉਹਨਾਂ 'ਚ ਵੀ ਇਹ ਸਰਜਰੀ ਕੀਤੀ ਜਾਂਦੀ ਹੈ ਔਰ ਦੇਖਿਆ ਜਾਂਦਾ ਕਿ ਬਹੁਤ ਸਾਰੇ ਪੇਸ਼ੈਂਟਸ ਨੂੰ ਉਸ ਤੋਂ ਬਾਅਦ ਜੁਆਇੰਟ ਰਿਪਲੇਸਮੈਂਟ ਦੀ ਜ਼ਰੂਰਤ ਨਹੀਂ ਪੈਂਦੀ ਜਾਂ ਬਹੁਤ ਸਾਰੇ ਸਾਲ ਉਹਨਾਂ ਨਿਕਲ ਜਾਂਦੇ ਆ ਵਿਦਆਊਟ ਨੀ ਰਿਪਲੇਸਮੈਂਟ। ਜੀ, ਤੇ ਉਹਨਾਂ ਦੀ ਸਕਸੈਸ ਰੇਸ਼ੋ ਕਿੰਨੀ ਹੈ? ਜਿਵੇਂ ਅਸੀਂ ਕਹਿੰਦੇ ਹਾਂ ਕਿ ਜਦੋਂ ਅਸੀਂ ਮਤਲਬ ਥੋੜੀ ਟੀਨੇਜ ਵਿੱਚ ਜਿਮ ਜਾਂਦੇ ਤਾਂ ਅਸੀਂ ਜਲਦੀ weight reduce ਕਰ ਲੈਂਦੇ, ਮੈਟਾਬੋਲਿਜ਼ਮ ਸਾਡਾ ਉਸ ਅਕੋਰਡਿੰਗ ਹੁੰਦਾ ਹੈ, ਬਟ ਜਦੋਂ ਅਸੀਂ ਥੋੜੀ ਜੀ 40 ਸਾਲ ਤੋਂ ਬਾਅਦ ਜਿਵੇਂ ਵਗੈਰਾ ਕਰਦੇ ਹਾਂ ਤੇ ਉਦੋਂ ਇੰਨੀ ਛੇਤੀ ਅਸੀਂ ਨਹੀਂ ਰਿਕਵਰ ਕਰ ਪਾਉਂਦੇ। ਜੇ ਅਸੀਂ ਗੱਲ ਕਰੀਏ ਬੈਰੀਐਟ੍ਰਿਕ ਸਰਜਰੀ ਦੀ ਤਾਂ ਇੱਕ ਏਜਡ ਪਰਸਨ ਜਦੋਂ ਇਹ ਸਰਜਰੀ ਕਰਵਾਉਂਦਾ ਹੈ ਤਾਂ ਕਿੰਨੀ ਜਲਦੀ ਉਹਨੂੰ ਰਿਜ਼ਲਟ ਦੇਖਣ ਨੂੰ ਮਿਲਦੇ ਆ? ਰਿਜ਼ਲਟ ਆਰ ਓਕੇ, ਬਟ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈ ਬਿਟਵੀਨ ਯੰਗ ਐਂਡ 올ਡ, ਬਟ ਅਗਰ ਓਵਰਆਲ ਲਗਾਓ ਤਾਂ सपोज फॉर अ गिवन हाइट किसी की 5-7 हाइट है और नॉर्मल वेट से अराउंड 70 kg है तो यंग पॉपुलेशन ज़्यादा एंथुसियाज्म होता है कि मैं अगर 100 kg या 120 है आई शुड कम टू 70 या इवन 65 बिकॉज यू आर यंग ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ। ਉਹੀ ਅਗਰ ਤੁਸੀਂ ਐਲਡਰਲੀ ਪੇਸ਼ੈਂਟ ਲਓ ਜਿਹੜਾ 60 ਇਅਰਸ ਦਾ ਆਲਰੇਡੀ, ਉਹਦੇ ਲਈ ਫਰਮ 120 ਟੂ 80 ਵੀ देयर विल बी अ बिग रिलीफ ਜੀ, ਉਹਨੂੰ ਬੜਾ ਬੈਟਰ ਫੀਲ ਹੋਏਗਾ, ਉਹਦੇ ਸਾਰੇ ਸਿਸਟਮਸ ਬੈਟਰ ਕੰਮ ਕਰਨ ਲੱਗ ਜਾਣਗੇ। So they accept a little higher weight as compared to younger population. Okay. So even though ਤੁਸੀਂ ਕਹੋ ਕਿ maybe 10-20% ਦਾ ਫਰਕ ਵੀ ਹੋਏਗਾ ਤਾਂ ਵੀ ਉਹਨਾਂ ਪੇਸ਼ੈਂਟਸ ਲਈ ਉਹਨਾਂ weight loss ਵੀ ਬਹੁਤ ਮਾਇਨੇ ਰੱਖਦਾ, ਬਹੁਤ ਅਚੀਵੇਬਲ ਹੈ ਉਹਨਾਂ ਦੀ। ਹਾਂ, ਜਾਂ ਉਹਨਾਂ ਡਾਇਬੀਟੀਜ਼ ਠੀਕ ਹੋ ਗਈ, ਹਾਈ ਬੀਪੀ ਠੀਕ ਹੋ ਗਿਆ, ਜੁਆਇੰਟ ਪੇਨਸ ਠੀਕ ਹੋ ਗਈਆਂ ਜੀ, ਚੱਲਣਾ ਫਿਰਨਾ ਸੌਖਾ ਹੋ ਗਿਆ, ਸਾਹ ਚੜਦਾ ਸੀ ਉਹ ਠੀਕ ਹੋ ਗਿਆ ਜੀ, then they're happy। ਤੇ ਜੇ ਅਸੀਂ ਗੱਲ ਕਰੀਏ ਜੈਂਟਸ ਦੀ ਅਤੇ ਲੇਡੀਜ਼ ਦੀ ਕਿ ਉਹਨਾਂ ਦੇ ਵਿੱਚ ਵੀ ਸੇਮ ਹੀ ਦੇਖਣ ਨੂੰ ਮਿਲਦਾ ਹੈ ਕਿ ਉਨੀ ਹੀ ਸਪੀਡ ਦੇ ਨਾਲ ਉਹ ਦੋਵੇਂ ਰਿਕਵਰ ਕਰਦੇ ਨੇ, ਜਾਂ ਫਿਰ ਔਰਤਾਂ ਦੇ ਵਿੱਚ ਥੋੜੀ ਅਲੱਗ ਵੇ ਨਾਲ ਕੰਮ ਕਰਦਾ ਤੇ ਮਰਦਾਂ ਦੀ ਬੋਡੀ ਦੇ ਵਿੱਚ ਅਲੱਗ ਵੇ ਨਾਲ ਕੰਮ ਕਰਦਾ ਆ? ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈ, ਇਹ ਜ਼ਿਆਦਾਤਰ ਇੰਡੀਵਿਜੂਅਲ ਤੇ ਡਿਪੈਂਡ ਕਰਦਾ ਹੈ। ਓਕੇ, ਇੰਡੀਵਿਜੂਅਲ ਜਿਹੜਾ ਹੈ ਉਹਦੀ ਬੋਡੀ ਕਿਸ ਤਰ੍ਹਾਂ ਰਿਸਪੌਂਡ ਕਰਦੀ ਹੈ ਔਰ ਉਹ ਕਿੰਨਾ ਕਮਿਟਡ ਹੈ ਜੀ। ਕੁਝ ਲੋਕ ਜ਼ਿਆਦਾ ਕਮਿਟਡ ਹੈ, ਉਹ ਆਫਟਰ ਸਰਜਰੀ, ਮੇਰੇ ਕੁਝ ਡਾਕਟਰਸ ਵੀ हैं जिन्होंने वैसे ऑपरेट किया है, they are very active, वो आफ्टर सर्जरी 12 किलोमीटर वॉक पे चले जाते हैं, बैडमिंटन खेलते, they have lost lot of weight within 3 months। okay, whereas कुछ लोग हैं ਜਿਹੜੇ ਇਹਨਾਂ ਦੀ ਏਜ ਜ਼ਿਆਦਾ ਹੈ, ਗੋਡੇ ਦਰਦ ਕਰਦੇ, ਉਹੀ weight ਘਟਾਉਣ ਨੂੰ ਉਹਨੂੰ ਮੇਬੀ 1 year ਲੱਗ ਜਾਂਦਾ ਹੈ, 1.5 ਸਾਲ ਲੱਗ ਜਾਂਦਾ। ਕੀ ਆਪਣੇ ਆਪ ਹੀ ਇੱਕ weight ਇੱਕ ਲਿਮਿਟ ਤੇ ਆ ਕੇ ਆਪਣੇ ਆਪ ਘਟ ਜਾਂਦਾ ਹੈ, ਉੱਥੇ ਤੱਕ ਆ ਕੇ ਸਟਕ ਹੋ ਜਾਂਦਾ, ਰੁਕ ਜਾਂਦਾ ਹੈ, ਜਾਂ ਫਿਰ ਇਹ ਟਾਈਮ ਦੇ ਅਕੋਰਡਿੰਗ ਘਟਦਾ ਹੀ ਜਾਂਦਾ ਹੈ? ਕਿਵੇਂ ਪਤਾ ਲੱਗੇਗਾ ਕਿ ਹਾਂ ਇੰਨਾ ਮੇਰੀ ਬੋਡੀ ਦਾ weight ਹੈ ਤੇ ਮੈਨੂੰ ਇੰਨੀ ਬੋਡੀ ਦੇ ਅਕੋਰਡਿੰਗ ਚਾਹੀਦਾ ਹੈ? ਬੋਡੀ ਦਾ weight ਜਿਹੜਾ ਹੈ that depends upon your height। ਜਿੰਨਾ ਸਾਡਾ ਨਾਰਮਲ weight ਹੈ ਯੂਜੂਅਲੀ ਉੱਥੇ ਆ ਕੇ weight loss ਰੁਕ ਜਾਂਦਾ। ਓਕੇ, ਸੋ ਇਸ ਤਰ੍ਹਾਂ ਨਹੀਂ ਹੈ ਕਿ ਉਹ ਡਾਊਨ ਹੋ ਜਾਂਦਾ ਹੈ, ਕਿਉਂਕਿ ਬਹੁਤ ਸਾਰੇ ਪੇਸ਼ੈਂਟਸ ਨੂੰ ਇਦਾਂ ਹੁੰਦਾ ਹੈ ਕਿ ਜੇ ਮੈਂ ਸਰਜਰੀ ਕਰਵਾ ਲਈ ਹੈ ਤੇ ਮੈਂ 3 ਮਹੀਨੇ ਦੇ ਵਿੱਚ ਜੇ 10 ਕਿਲੋ weight ਘੱਟ ਕਰ ਲਿਆ ਵਾ ਤੇ ਕਿਤੇ ਇਹ ਨਾ ਹੋਵੇ ਕਿ ਅੱਗੇ ਜਾ ਕੇ ਮੈਨੂੰ ਹੋਰ ਜ਼ਿਆਦਾ weight reduce ਕਰਕੇ ਕੋਈ ਪ੍ਰੋਬਲਮਸ ਵਗੈਰਾ ਫੇਸ ਕਰਨੀਆਂ ਪੈਣ। ਪਹਿਲੇ ਮਹੀਨਿਆਂ 'ਚ weight ਜਿਹੜਾ ਉਹ ਜ਼ਿਆਦਾ ਸਪੀਡ ਨਾਲ ਘਟਦਾ, ਅੱਗੇ ਜਾ ਕੇ ਉਹਦੀ weight ਘਟਣ ਦੀ ਸਪੀਡ ਜਿਹੜੀ ਉਹ ਘਟਦੀ ਜਾਂਦੀ ਹੈ, ਸੋ ਆਫਟਰ ਵਾਈਲ ਜਿਹੜਾ ਹੈ ਸਟੇਬਲਾਈਜ਼ ਹੋ ਜਾਂਦਾ ਹੈ। ਤੇ ਜਿਵੇਂ ਜਿਹੜੇ ਟੀਨੇਜ ਦੇ ਵਿੱਚ ਹੈਗੇ ਨੇ ਤੇ ਉਹ ਇਸ ਸਰਜਰੀ ਨੂੰ ਆਪਟ ਕਰਨਾ ਚਾਹੁੰਦੇ ਨੇ, ਅਗੇਨ BMI ਉਹਨਾਂ ਦਾ ਦੇਖ ਕੇ ਤੁਸੀਂ ਉਹਨਾਂ ਨੂੰ ਸੁਜੈਸਟ ਕਰਦੇ ਹੋ। ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਟੀਨੇਜ ਵਿੱਚ ਹੈਗੇ ਨੇ ਉਹਨਾਂ ਦੇ ਤੁਸੀਂ ਕੀ ਰਿਜ਼ਲਟਸ ਮਤਲਬ ਪਹਿਲਾਂ ਉਸ ਤੋਂ ਪਹਿਲਾਂ ਕੀ ਟੈਸਟ ਕਰਵਾਉਂਦੇ ਹੋ? ਕਿਸੇ ਵੀ ਸਰਜਰੀ ਤੋਂ ਪਹਿਲਾਂ ਕੁਝ ਰੂਟੀਨ ਟੈਸਟ ਕੀਤੇ ਜਾਂਦੇ ਨੇ ਜਿਨ੍ਹਾਂ 'ਚ ਬਲੱਡ ਕਿੰਨਾ ਹੈ, ਹੀਮੋਗਲੋਬਿਨ ਕਿੰਨਾ ਹੈ, ਬਲੱਡ ਗਰੁੱਪ ਕੀ ਹੈ, ਵਾਇਰਲ ਮਾਰਕਰਸ, ਕਿਡਨੀ ਦੇ, ਲਿਵਰ ਦੇ ਟੈਸਟ, ਕੋਲੇਸਟ੍ਰੋਲ, ਇਹ ਰੂਟੀਨ ਟੈਸਟ ਸਾਰੇ ਕੀਤੇ ਜਾਂਦੇ ਨੇ। ਪੇਟ ਦਾ ਸਕੈਨਿੰਗ, ਐਕਸ-ਰੇ, ਛਾਤੀ ਦਾ ECG, यूजुअली हार्ट ਦੀ ਇਕੋਕਾਰਡੀਓਗ੍ਰਾਫੀ, ਫਿਰ ਇੱਕ ਐਂਡੋਸਕੋਪੀ, ਕਿਉਂਕਿ ਸਿਸਟਮਕ ਤੇ ਸਰਜਰੀ ਕਰਨੀ ਹੈ, ਸਟਮਕ ਨੂੰ ਸਕਰੀਨਿੰਗ, ਐਂਡੋਸਕੋਪੀ, ਐਟਲੀਸਟ ਇੰਨੇ ਟੈਸਟ ਮਿਨੀਮਮ ਹੈ। ਓਕੇ, ਉਸ ਤੋਂ ਇਲਾਵਾ ਅਗਰ ਕਿਸੇ ਨੂੰ ਕੋਈ ਸਪੈਸਿਫਿਕ ਪ੍ਰੋਬਲਮ ਹੈ, ਲੈਗਸ ਦੀ ਸੂਜਨ ਜ਼ਿਆਦਾ ਹੈ, ਦੈਨ ਉਹਨਾਂ ਦੇ ਟੈਸਟ ਅਲੱਗ ਹੈ। ਓਕੇ, ਡਿਪੈਂਡਿੰਗ ਔਨ ਦੈਟ। ਓਕੇ, ਤੇ ਜਿਹੜੇ ਥਾਇਰਾਇਡ ਦੇ ਪੇਸ਼ੈਂਟਸ ਨੇ ਜਿਨ੍ਹਾਂ ਦਾ ਥਾਇਰਾਇਡ ਦੇ ਕਰਕੇ weight ਜ਼ਿਆਦਾ ਹੋ ਗਿਆ ਵਾ ਤੇ ਉਹ ਥਾਇਰਾਇਡ ਤੇ ਉਹਨਾਂ ਦੀ ਆਲਰੇਡੀ ਮੈਡੀਸਨ ਚੱਲ ਰਹੀ ਆ ਬਟ ਉਹਨਾਂ ਦਾ ਨਹੀਂ ਫਰਕ ਪੈ ਰਿਹਾ ਹੈਗਾ ਤੇ ਉਹਨਾਂ ਦਾ weight ਜਿਹੜਾ ਉਹ ਉੱਥੇ ਹੀ ਸਟਕ ਹੈ ਜਾਂ ਉਸ ਤੋਂ ਵੱਧ ਰਿਹਾ ਵਾ, ਤੇ ਫਿਰ ਉਹਨਾਂ ਦੇ ਲਈ ਬੈਰੀਐਟ੍ਰਿਕ ਸਰਜਰੀ ਕਿਵੇਂ ਕੰਮ ਕਰਦੀ ਹੈ ਕਿ ਉਹਨਾਂ ਦੇ ਥਾਇਰਾਇਡ ਤੇ ਵੀ ਇਸ ਨਾਲ ਕੰਟਰੋਲ ਪਾਇਆ ਜਾ ਸਕਦਾ ਹੈ? ਥਾਇਰਾਇਡ ਨੂੰ ਬੈਰੀਐਟ੍ਰਿਕ ਐਸ ਸੱਚ ਕਿਉਂ ਨਹੀਂ ਕਰਦਾ। ਓਕੇ, ਲੇਕਿਨ
ਕਿਉਂਕਿ ਆਫਟਰ ਸਰਜਰੀ weight ਘਟੇਗਾ ਤਾਂ ਜਿਸ ਤਰ੍ਹਾਂ weight ਘਟਦਾ ਜਾਏਗਾ ਉਹਨਾਂ ਦੀ ਬੋਡੀ ਦੀ ਥਾਇਰਾਇਡ ਦੀ ਰਿਕੁਆਇਰਮੈਂਟ ਘਟਦੀ ਜਾਏਗੀ। ਸੋ ਯੂਜੂਅਲੀ ਥਾਇਰਾਇਡ ਜਿੰਨੀ ਉਹ ਟੈਬਲੇਟ ਲੈ ਰਹੇ ਉਹਦੀ ਡੋਜ਼ ਘਟ ਜਾਏਗੀ ਜੀ। ਅਸੀਂ ਐਵਰੀ ਫਿਊ ਮੰਥਸ ਬਾਰ-ਬਾਰ ਥਾਇਰਾਇਡ ਦੇ ਟੈਸਟ ਕਰਵਾ ਕੇ ਦੇਖਦੇ ਅਗਰ ਲੱਗਦਾ ਹੈ ਕਿ ਹੁਣ ਡੋਜ਼ ਜ਼ਿਆਦਾ ਹੈ ਤਾਂ ਉਹਨੂੰ ਥੋੜਾ ਜਿਹਾ ਘਟਾ ਦਿੰਦੇ ਜੀ। पर ये नहीं होएगा कि थायराइड बिल्कुल ठीक हो जाएगा। और थायराइड की मेडिसिन जड़ी है इट्स अ वेरी सिंपल मेडिसिन, रोज एक टैबलेट लेनी है, जिसका कोई खास साइड इफेक्ट भी नहीं है। सो पॉइंट इज कि अगर इनका वेट इतना ज्यादा है कि बैरिएट्रिक सर्जरी की कैटेगरी फेल करता है, फॉल करता है, तो वो विदाउट सर्जरी weight घटा ही नहीं सकते। लेकिन अगर ਅਸੀਂ ਸਰਜਰੀ ਕਰ ਦਿੰਦੇ ਆ ਤਾਂ they have a chance ਕਿ they can come back to their normal life। ਓਕੇ, ਤੇ ਜਿਹੜੇ ਪੇਸ਼ੈਂਟਸ ਜਿਵੇਂ ਬੀਪੀ ਦੇ ਪੇਸ਼ੈਂਟਸ ਹੋ ਗਏ ਜਿਨ੍ਹਾਂ ਦਾ ਬੀਪੀ ਬਹੁਤ ਹਾਈ ਹੁੰਦਾ ਆ ਜਾਂ ਫਿਰ ਜਿਨ੍ਹਾਂ ਦੇ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਤੇ ਉਹਨਾਂ ਦੇ ਲਈ ਬੈਰੀਐਟ੍ਰਿਕ ਸਰਜਰੀ ਕੀ ਅੱਛਾ ਆਪਸ਼ਨ ਹੈ? ਕਿਉਂਕਿ ਜਿਹੜੇ ਬੀਪੀ ਦੇ ਆਲਰੇਡੀ ਪੇਸ਼ੈਂਟਸ ਹੁੰਦੇ ਨੇ ਜਿਹਨਾਂ ਦਾ ਬੀਪੀ ਹਾਈ ਹੁੰਦਾ ਉਹਨਾਂ ਨੂੰ ਥੋੜਾ ਜਿਹਾ ਝਿਜਕ ਹੁੰਦੀ ਹੈ ਐਵੇਂ ਦੀਆਂ ਸਰਜਰੀਜ਼ ਵਗੈਰਾ ਕਰਵਾਉਣ ਤੋਂ ਜਾਂ ਕੋਈ ਵੀ ਸਰਜਰੀ ਕਰਵਾਉਣ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਨਾਰਮਲ ਬੀਪੀ ਕਰੋ ਤੁਸੀਂ, ਉਸ ਤੋਂ ਬਾਅਦ ਹੀ ਅਸੀਂ ਕਿਸੇ ਵੀ ਟ੍ਰੀਟਮੈਂਟ ਨੂੰ ਹੱਥ ਪਾਵਾਂਗੇ, ਤੇ ਉਹਨਾਂ ਪੇਸ਼ੈਂਟਸ ਲਈ ਫਿਰ ਤੁਸੀਂ ਉਹਨਾਂ ਨੂੰ ਕਿਵੇਂ ਆਪਟ ਕਰੋਗੇ ਇਸ ਸਰਜਰੀ ਨੂੰ? ਸਿਮਿਲਰਲੀ ਬਿਫੋਰ ਸਰਜਰੀ ਅਸੀਂ ਬੀਪੀ ਨਾਰਮਲ ਕਰਨ ਦੀ ਮੈਡੀਸਿਨਸ ਜਿਹੜੀਆਂ ਹਨ ਉਹ ਸਟਾਰਟ ਕਰਦੇ ਹਾਂ। ਜਦੋਂ ਬੀਪੀ ਨੀਅਰ ਨਾਰਮਲ ਆ ਜਾਂਦਾ ਹੈ ਦੈਨ ਵੀ ਡੂ ਦੀ ਸਰਜਰੀ ਐਂਡ ਜ਼ਿਆਦਾਤਰ ਪੇਸ਼ੈਂਟਸ ਉਸ ਤੋਂ ਬਾਅਦ ਬੀਪੀ ਕੰਟਰੋਲ ਹੋ ਜਾਂਦਾ ਔਰ ਬਹੁਤ ਸਾਰੇ ਪੇਸ਼ੈਂਟਸ ਸਾਰੀ ਦਵਾਈਆਂ ਵੀ ਬੰਦ ਹੋ ਜਾਂਦੀਆਂ ਬੀਪੀ ਐਂਡ ਕੋਲੇਸਟ੍ਰੋਲ ਦੇ ਵਿੱਚ ਜਿਨ੍ਹਾਂ ਦੀ ਕੋਲੇਸਟ੍ਰੋਲ ਪ੍ਰੋਬਲਮ ਚੱਲ ਰਹੀ ਹੈ ਆਲਰੇਡੀ ਕੋਲੇਸਟ੍ਰੋਲ ਆਲਸੋ ਉਹ ਐਸ ਸੱਚ ਅਗਰ ਕੋਲੇਸਟ੍ਰੋਲ ਥੋੜਾ ਜ਼ਿਆਦਾ ਹੈ ਤਾਂ ਉਹ ਸਰਜਰੀ ਲਈ ਕੰਟਰਾਇੰਡੀਕੇਸ਼ਨ ਨਹੀਂ ਹੁੰਦਾ, ਲੇਕਿਨ ਆਫਟਰ ਸਰਜਰੀ ਕੋਲੇਸਟ੍ਰੋਲ ਵੀ ਘਟਦਾ ਜਾਂਦਾ ਹੈ। ਓਕੇ, ਤੁਸੀਂ ਸਰਜਰੀ ਕਰਵਾਉਣ ਤੋਂ ਪਹਿਲਾਂ ਇਹ ਜੀ ਕਿਹੜੀਆਂ ਮਤਲਬ ਟ੍ਰੀਟਮੈਂਟਸ ਦੇਖਦੇ ਹੋ ਕਿ ਪੇਸ਼ੈਂਟ ਦੇ ਕੋਲ ਫਿਲਹਾਲ ਇਸ ਵਗੈਰਾ ਟ੍ਰੀਟਮੈਂਟ ਦੀ ਜਾਂ ਇਹ ਵਾਲੀ ਮੈਡੀਸਿਨਸ ਨਾ ਚੱਲਦੀਆਂ ਹੋਣ ਤੇ ਉਹਨਾਂ ਪੇਸ਼ੈਂਟਸ ਨੂੰ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਹੈ? ਐਵੇਂ ਦੀ ਕਿਹੜੀਆਂ ਤੁਸੀਂ ਸੁਜੈਸਟ ਕਰੋਗੇ ਕਿ ਉਹ ਵਾਲੇ ਪੇਸ਼ੈਂਟਸ ਨੂੰ ਇਹਨਾਂ ਸਰਜਰੀਜ਼ ਤੋਂ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਆ? ਅਵੋਇਡ ਨਹੀਂ ਕਰਨਾ ਚਾਹੀਦਾ। ਅਗਰ ਕਿਸੇ ਨੂੰ ਕਿਸੇ ਦੇ ਸਟੈਂਟ ਪਿਆ ਜਾਂ ਹਾਰਟ ਬਾਈਪਾਸ ਹੋਇਆ ਹੈ ਜਾਂ ਫॉर ਐਨੀ ਅਦਰ ਰੀਜ਼ਨ ਉਹਨੂੰ ਬਲੱਡ ਥਿਨਰਸ ਚੱਲਦੇ ਓਕੇ ਉਹ ਇਹਨਾਂ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਅਸੀਂ ਡਾਕਟਰਸ ਕਾਰਡੀਓਲੋਜਿਸਟ ਮੈਡੀਸਿਨ ਦਿੰਦੇ ਹਾਂ ਕਿ ਤੁਹਾਡਾ ਖੂਨ ਜਿਹੜਾ ਥੋੜਾ ਪਤਲਾ ਰਹੇ। ਸੋ ਜਿਨ੍ਹਾਂ ਦਾ ਬਲੱਡ ਥਿਨਰ ਚੱਲਦੇ ਉਹ ਕਿਸੇ ਵੀ ਸਰਜਰੀ ਤੋਂ ਕੁਝ ਦਿਨ ਪਹਿਲਾਂ ਉਹ ਬੰਦ ਕਰਨੇ ਪੈਂਦੇ ਡਿਪੈਂਡਿੰਗ ਅਪਨ ਕਿ ਕਿਸ ਤਰ੍ਹਾਂ ਦੀ ਮੈਡੀਸਿਨ ਕਰ ਰਹੇ ਜੀ। ਸੋ ਅਸੀਂ ਜਾਂ ਤਾਂ ਮੈਡੀਸਿਨ ਚੇਂਜ ਕਰਦੇ ਹਾਂ ਜਾਂ ਉਹਨੂੰ ਲੋ ਡੋਜ਼ ਆਫ ਐਸਪਿਰਿਨ ਤੇ ਰੱਖ ਕੇ ਸਰਜਰੀ ਕਰਦੇ ਹਾਂ। ਤੇ ਜਿਵੇਂ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਤੇ ਫਿਰ ਜਦੋਂ ਸਰਜਰੀਜ਼ ਕਰਵਾ ਕੇ ਜਾਂਦੇ ਨੇ ਤੇ ਤੁਸੀਂ ਉਹਨਾਂ ਨੂੰ ਦੇਖਦੇ ਹੋ ਆਬਵੀਅਸ ਆ ਖੁਸ਼ੀ ਹੁੰਦੀ ਹੈ ਕਿ ਪੇਸ਼ੈਂਟ ਸੈਟੀਸਫਾਈ ਹੋ ਕੇ ਜਾਂਦੇ ਨੇ, ਪੇਸ਼ੈਂਟਸ ਦਾ ਕੀ ਉਸ ਵੇਲੇ ਤੁਹਾਡੇ ਨੂੰ ਲੈ ਕੇ ਕੀ ਬਿਹੇਵ ਹੁੰਦਾ ਹੈ, ਕੀ ਦੇਖਣ ਨੂੰ ਮਿਲਦਾ ਉਹਨਾਂ ਕੀ ਰਿਸਪੌਂਸ ਹੁੰਦਾ ਜਦੋਂ ਉਹਨਾਂ ਦਾ weight reduce ਹੁੰਦਾ ਹੈ? ਪੇਸ਼ੈਂਟਸ ਲਈ ਤਾਂ ਲਿਟਰਲੀ ਮੈਜਿਕ ਹੈ। ਓਕੇ, ਦੇ some of they do tell me ਕਿ ਸਾਨੂੰ ਤਾਂ ਜਾਦੂ ਹੀ ਲੱਗਦਾ ਹੈ because they never expected ਕਿ ਜੋ ਅਸੀਂ ਕਹਿ ਰਹੇ ਹਾਂ ਉਹ ਇੰਨਾ ਸੱਚ ਹੋਏਗਾ ਜੀ। ਜਸਟ ਸੀ ਕਿ ਕੋਈ ਪੇਸ਼ੈਂਟ ਜਿਹਦਾ weight 120 kg ਸੀਗਾ ਉਹ 75 ਤੇ ਆ ਗਿਆ, ਉਹਦੀ ਡਾਇਬੀਟੀਜ਼ ਸੀ 10 ਸਾਲ ਤੋਂ, ਬੀਪੀ 10 ਸਾਲ ਤੋਂ ਜ਼ਿਆਦਾ ਸੀ, ਉਹ ਖਤਮ ਹੋ ਗਿਆ, ਨਾਰਮਲ ਰੀਡਿੰਗ ਆ ਰਹੀ ਹੈ, ਕੋਲੇਸਟ੍ਰੋਲ, ਪੈਰਾਂ ਦਾ ਸੁੱਜਣਾ, ਸਾਹ ਚੜਨਾ ਇਹ ਸਭ ਠੀਕ ਹੋ ਗਿਆ। ਸੋ ਵਨ ਸਰਜਰੀ ਕਿਉਰਿੰਗ 10 ਡਿਜ਼ੀਜ਼ਸ ਇਜ਼ ਮਿਰੈਕਲ। ਯਾ ਬਿਲਕੁਲ ਤੁਸੀਂ ਬਹੁਤ ਸਹੀ ਗੱਲ ਕਹੀ ਹੈ ਤੇ ਅਸੀਂ ਆਪਣੇ ਪੇਸ਼ੈਂਟਸ ਨੂੰ ਦੱਸਣਾ ਚਾਹੁੰਦੇ ਹਾਂ ਜਿਹੜੇ ਕਿ ਮੋਟਾਪੇ ਤੋਂ ਪ੍ਰਭਾਵਿਤ ਨੇ ਤੇ ਉਹ ਆਪਣੀ weight reduce ਕਰਨਾ ਚਾਹੁੰਦੇ ਨੇ, ਜਿਮ ਵਿੱਚ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਪਰ ਉਹਨਾਂ ਦਾ weight reduce ਨਹੀਂ ਹੁੰਦਾ। ਇੱਕ ਵਾਰੀ ਤੁਸੀਂ ਜ਼ਰੂਰ ਡਾਕਟਰ ਆਲੀਓ ਵਾਲੀਆ ਦੇ ਨਾਲ ਸੰਪਰਕ ਕਰੋ, ਉਹਨਾਂ ਤੋਂ ਸਲਾਹ ਜ਼ਰੂਰ ਮੰਗੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡਾ weight ਕਿਉਰ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ, ਤੁਸੀਂ ਵਾਪਸ ਆਪਣੀ ਸ਼ੇਪ ਵਿੱਚ ਆ ਸਕਦੇ ਹੋ ਕਿ ਨਹੀਂ ਆ ਸਕਦੇ। ਜਾਂਦੇ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ ਕਿ ਅਸੀਂ ਆਪਣੇ ਪੇਸ਼ੈਂਟਸ ਨੂੰ ਹੋਰ ਜ਼ਿਆਦਾ ਜਾਣਕਾਰੀ ਦੇ ਸਕੀਏ। ਤੁਸੀਂ ਸਾਡੇ ਪੇਸ਼ੈਂਟਸ ਨੂੰ ਕੋਈ ਵੀ ਟਿਪ ਦੇਣਾ ਚਾਹੋਗੇ ਜਾਂ ਕੁਝ ਕਹਿਣਾ ਚਾਹੋਗੇ ਤਾਂ ਪਲੀਜ਼ ਤੁਸੀਂ ਸਾਡੇ ਪੇਸ਼ੈਂਟ ਵੀਵਰਸ ਨੂੰ ਕਹਿ ਸਕਦੇ ਹੋ। ਟਿਪ ਇਹੀ ਹੈ ਕਿ ਜੋ ਮੈਂ ਤੁਹਾਨੂੰ ਕੈਟੇਗਰੀਜ਼ ਦੱਸੀਆਂ, ਅਗਰ ਤੁਹਾਡਾ BMI ਉਸ ਕੈਟੇਗਰੀ 'ਚ ਫਾਲ ਕਰਦਾ ਹੈ 32.5 ਪਲੱਸ, ਕੋਈ ਐਸੀ ਬਿਮਾਰੀ ਜਿਹੜੀ ਮੋਟਾਪੇ ਨਾਲ ਐਸੋਸੀਏਟਡ ਹੈ ਜਿਸ ਤਰ੍ਹਾਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ, ਜੋੜਾਂ ਦਾ ਦੁਖਣਾ, या BMI 37.5 ਤੋਂ ਜ਼ਿਆਦਾ ਹੈ, ਈਵਨ ਦੋ ਕੋਈ ਹੋਰ ਬਿਮਾਰੀ ਵੀ ਨਹੀਂ ਹੈ ਔਰ ਤੁਸੀਂ weight lose ਨਹੀਂ ਕਰ ਪਾ ਰਹੇ ਤਾਂ ਇੱਕ ਵਾਰੀ ਸਾਨੂੰ ਜ਼ਰੂਰ ਮਿਲੋ। ਬੈਰੀਐਟ੍ਰਿਕ ਸਰਜਰੀ ਅੱਜਕੱਲ ਬਹੁਤ ਸੇਫ ਹੈ, ਦੂਰਬੀਨ ਨਾਲ ਕੀਤੀ ਜਾਂਦੀ ਹੈ ਔਰ ਉਹਦੇ ਵੰਡਰਫੁਲ ਰਿਜ਼ਲਟਸ ਹੈ। ਯੂ ਕੈਨ ਲਿਵ ਅ ਮਚ ਬੈਟਰ ਲਾਈਫ। ਆਪਣੀ ਲਾਈਫ ਨੂੰ ਟਾਈਮਲੀ ਸਰਜਰੀ ਕਰਵਾ ਕੇ ਅਗਰ ਤੁਸੀਂ weight ਠੀਕ ਕਰਾ ਲੋਗੇ ਤਾਂ ਯੂ ਵਿਲ ਲਿਵ ਅ ਮਚ ਹੈਲਦੀਅਰ ਲਾਈਫ। ਬਿਲਕੁਲ ਜੀ, ਹੁਣ ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਬਹਿ ਕੇ ਉੱਥੇ ਜੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਬੈਰੀਐਟ੍ਰਿਕ ਸਰਜਰੀ ਅਵੇਲੇਬਲ ਹੈਗੀ ਹੈ ਮਾਰਕੀਟ ਦੇ ਵਿੱਚ ਤੇ ਤੁਸੀਂ ਆਪਣੇ ਆਪ ਨੂੰ ਵਾਪਸ ਖੂਬਸੂਰਤ ਵਾਪਸ ਸ਼ੇਪ ਦੇ ਵਿੱਚ ਪਾ ਸਕਦੇ ਹੋ। ਫਿਲਹਾਲ ਡਾਕਟਰ ਜਸਮੀਤ ਸਿੰਘ ਆਲੂਵਾਲੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਵ ਚਰਚਾ ਪ੍ਰੋਗਰਾਮ ਵਿੱਚ ਆ ਕੇ ਸਾਡੇ ਵੀਵਰਸ ਨੂੰ ਇੰਨੀ ਅੱਛੀ ਜਾਣਕਾਰੀ ਦੇਣ ਲਈ। ਥੈਂਕ ਯੂ ਵੈਰੀ ਮਚ। ਤੇ ਦੋਸਤੋ ਇਸੀ ਲਾਈਵ ਚਰਚਾ ਵਿੱਚ ਅੱਜ ਅਸੀਂ ਤੁਹਾਨੂੰ ਦੱਸਿਆ ਕਿ ਬੈਰੀਐਟ੍ਰਿਕ ਸਰਜਰੀ ਦੇ ਰਾਹੀਂ ਅਸੀਂ ਕਿਵੇਂ ਮੋਟਾਪੇ ਤੋਂ ਨਿਜਾਤ ਪਾ ਸਕਦੇ ਹਾਂ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV।